ਸਰ ਇੱਕ ਪਾਸੇ ਤੇ ਖੇਤੀ ਕਾਨੂੰਨਾਂ ਨੂੰ ਲੈ ਕੇ ਰੇੜਕਾ ਅਜੇ ਵੀ ਬਰਕਰਾਰ ਹੈ। 11 ਦੌਰ ਦੀ ਮੀਟਿੰਗ ਦੇ ਵਿੱਚੋਂ ਵੀ ਕੋਈ ਹੱਲ ਨਹੀਂ ਨਿਕਲ ਸਕਿਆ ਔਰ ਹੁਣ 5 ਮਹੀਨੇ ਹੋ ਗਏ ਨੇ ਜਦੋਂ ਮੀਟਿੰਗ ਦਾ ਸਿਲਸਿਲਾ ਵੀ ਰੁਕਿਆ ਹੋਇਆ ਔਰ ਮੰਗਾਂ ਆਪਣੀਆਂ ਕਿਸਾਨ ਬਰਕਰਾਰ ਰੱਖ ਕੇ ਦਿੱਲੀ ਦੀਆਂ ਸਰਹੱਦਾਂ ਤੇ ਬੈਠੇ ਨੇ, ਜਿਨ੍ਹਾਂ ਦੇ ਵਿੱਚੋਂ ਇੱਕ ਬਿਜਲੀ ਸੋਧ ਕਾਨੂੰਨ ਦਾ ਵੀ ਹੈ। ਖੇਤੀ ਕਾਨੂੰਨ ਤੇ ਹੈ ਹੀ ਹੈ, ਬਿਜਲੀ ਸੋਧ ਕਾਨੂੰਨ ਦਾ ਵਿਰੋਧ ਵੀ ਲਗਾਤਾਰ ਕੀਤਾ ਜਾ ਰਿਹਾ ਹੈ ਔਰ ਇਹ ਚਰਚਾਵਾਂ ਪੁਰਜ਼ੋਰ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਔਰ ਪੱਕੀ ਜਿਹੜੀ ਸੂਚਨਾ ਮਿਲੀ ਹੈ ਕਿ ਬਿਜਲੀ ਸੋਧ ਕਾਨੂੰਨ ਜਿਹੜਾ ਪਾਸ ਕਰਨ ਦੀ ਤਿਆਰੀ ਇਸ ਮੌਨਸੂਨ ਇਜਲਾਸ ਦੇ ਵਿੱਚ ਮੁਕੰਮਲ ਕਰ ਲਈ ਗਈ ਹੈ। ਕਮਲ, ਬਿਲਕੁਲ ਜਿਹੜੀ ਗੱਲ ਤੁਸੀਂ ਕਹਿ ਰਹੇ ਆ ਕਿ ਜਿਹੜੀਆਂ ਇਹ ਖਬਰਾਂ ਨਿਕਲ ਕੇ ਸਾਹਮਣੇ ਆ ਰਹੀਆਂ, ਜਿਹੜਾ ਲੋਕ ਸਭਾ ਦਾ ਬਿਜ਼ਨਸ ਆ, ਜਿਵੇਂ ਵਿਧਾਨ ਸਭਾ ਦਾ, ਲੋਕ ਸਭਾ ਦਾ, ਰਾਜ ਸਭਾ ਦਾ ਬਿਜ਼ਨਸ ਹੁੰਦਾ, ਉਹਦੇ ਵਿੱਚ ਵੀ ਕਿਹੜੇ ਬਿੱਲ ਆਉਣੇ ਆ, ਕਿਹੜੇ ਸਵਾਲ ਜਵਾਬ ਆਉਣੇ ਆ, ਉਹ ਇੱਕ ਉਹਨਾਂ ਦਾ ਸਾਰਾ ਸਿਸਟਮ ਬਣਿਆ ਹੋਇਆ ਹੁੰਦਾ, ਕਿਹੜੇ ਬਿੱਲ ਆ ਸਕਦੇ ਨੇ। ਉਹਨਾਂ ਬਿੱਲਾਂ ਦੇ ਵਿੱਚ ਕੋਈ ਸਰਕਾਰ 30 ਦੇ ਕਰੀਬ ਬਿੱਲ ਆ ਜਿਹੜੀ ਉਹ ਉਹਨਾਂ ਪਰ ਚਰਚਾ ਕਰਨ ਦੇ ਵਾਸਤੇ ਲੋਕ ਸਭਾ 'ਚ ਲੈ ਸਕਦੀ ਹੈ। ਚਰਚਾ ਹੋਵੇ ਨਾ ਹੋਵੇ ਇੱਕ ਵੱਖਰੀ ਗੱਲ ਹੈ, ਪਰ ਸਰਕਾਰ ਪੇਸ਼ ਕਰਨ ਦੀ ਉਹਨਾਂ ਦੀ ਸੰਭਾਵਨਾ, ਜਿਹਦੇ ਵਿੱਚ ਜਿਹੜਾ ਬਿਜਲੀ ਸੋਧ ਬਿੱਲ ਆ ਉਹ ਵੀ ਲੈ ਕੇ ਆਵੇਗਾ। ਇਹ ਸਟੇਟ ਸਬਜੈਕਟ ਆ, ਇਹ ਸਟੇਟਾਂ ਦਾ ਅਧਿਕਾਰ ਆ, ਰਾਜਾਂ ਦਾ ਅਧਿਕਾਰ ਆ, ਉਹਦੇ ਵਿੱਚ ਕੇਂਦਰ ਜਿਹੜੀ ਸਿੱਧੀ ਦਖਲਅੰਦਾਜ਼ੀ ਕਰੇ। ਹੁਣ ਸੇਮ ਚੀਜ਼ ਜਿਹੜਾ ਬਿਜਲੀ ਐਕਟ ਹੈ ਇਹਦੇ 'ਚ ਸੋਧ ਕਰਨ ਜਾ ਰਹੀ। ਇਹਦੇ ਨਾਲ ਕੀ ਹੋਵੇਗਾ ਕਿ ਜਿਹੜੀਆਂ ਸਟੇਟਾਂ ਦਾ ਜਿਹੜਾ ਫੈਡਰਲਾਈਜ਼ਮ ਹੈ, ਸੰਘੀ ਢਾਂਚਾ, ਉਹਦੇ ਪਰ ਇੱਕ ਤਰ੍ਹਾਂ ਦਾ ਇਹ ਸਰਕਾਰ ਦਾ ਸਿੱਧਾ ਹਮਲਾ ਹੋ ਗਿਆ। ਸਾਡੇ ਜਿਹੜੀਆਂ ਸੂਬਿਆਂ ਦੀਆਂ ਸਰਕਾਰਾਂ ਸੀਗੀਆਂ ਉਦੋਂ ਇਹਨਾਂ ਦੀਆਂ ਗੋਲ ਮਿੱਠੀਆਂ ਮੋਮੋ ਠੱਗਣੀਆਂ ਜਿਹੜੀਆਂ ਆਪਾਂ ਗੱਲਾਂ ਕਹਿੰਦੇ ਆ ਉਹਦੇ ਵਿੱਚ ਆ ਗਏ। ਉਦੋਂ ਇਹਨਾਂ ਨੇ ਇਹ ਗੱਲ ਕਿਹਾ ਕਿ ਅਸੀਂ 5 ਸਾਲ ਜਿੰਨਾ ਤੁਹਾਡਾ ਟੈਕਸ ਕਲੈਕਟ ਹੋਵੇਗਾ ਉਹਦੇ ਨਾਲੋਂ 1.5 ਗੁਣਾ ਜਾਂ ਉਹਦੀ ਕੋਈ ਇਹਨਾਂ ਨੇ ਪਰਸੈਂਟੇਜ ਰੱਖਤੀ ਵੀ ਅਸੀਂ ਤੁਹਾਡਾ ਘੱਟ ਹੋਵੇ ਵੱਧ ਹੋਵੇ, ਤੁਹਾਨੂੰ ਸਟੇਟਾਂ ਨੂੰ ਅਸੀਂ ਇੰਨਾ ਟੈਕਸ ਆ ਜਿਹੜਾ ਉਹ ਪੇ ਕਰਾਂਗੇ, ਮੁਆਵਜ਼ੇ ਦੇ ਰੂਪ ਵਿੱਚ ਦੇਵਾਂਗੇ। ਤਾਂ ਉਦੋਂ ਸਾਡੀ ਪੰਜਾਬ ਸਰਕਾਰ ਨੇ ਵੀ, ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ, ਮਨਪ੍ਰੀਤ ਬਾਦਲ ਜੋ ਫਾਈਨਾਂਸ ਮਿਨਿਸਟਰ ਆ, ਇਹਨਾਂ ਨੇ, ਹੋਰ ਵੀ ਜਿਹੜੇ ਆਗੂ ਤੇ ਸੱਤਾ ਧਿਰ ਦੇ ਕਾਂਗਰਸ ਦੇ, ਉਹਨਾਂ ਨੇ ਬਹੁਤ ਗਿੱਬ ਕੇ ਇਸ ਦਾ ਸਵਾਗਤ ਕੀਤਾ ਤਾਂ ਕਿ ਇਹ GST ਲਾਗੂ ਹੋਣੀ ਚਾਹੀਦੀ ਹੈ। ਸਰ, ਸੰਯੁਕਤ ਕਿਸਾਨ ਮੋਰਚਾ ਦੀ ਗੱਲ ਕਰ ਲਈਏ ਤਾਂ ਸੰਯੁਕਤ ਕਿਸਾਨ ਮੋਰਚਾ ਦੇ ਹੀ ਆਗੂ ਰੁਲਦੂ ਸਿੰਘ ਮਾਨਸਾ ਦੀ ਇੱਕ ਸਟੇਟਮੈਂਟ ਕੁਝ ਧਾਰਮਿਕ ਭਾਵਨਾਵਾਂ ਦਾ ਹਵਾਲਾ ਦਿੱਤਾ ਗਿਆ ਕਿ ਧਾਰਮਿਕ ਭਾਵਨਾਵਾਂ ਆਹਤ ਹੋਈਆਂ ਨੇ ਉਹਨਾਂ ਦੀ ਸਟੇਟਮੈਂਟ ਦੇ ਨਾਲ ਔਰ ਜਿਸ ਦੇ ਚੱਲਦਿਆਂ ਸੰਯੁਕਤ ਕਿਸਾਨ ਮੋਰਚਾ ਦੇ ਵੱਲੋਂ ਉਹਨਾਂ ਨੂੰ 15 ਦਿਨ ਦੇ ਲਈ ਸਸਪੈਂਡ ਕੀਤਾ ਗਿਆ। ਤੇ ਉਸ ਤੋਂ ਬਾਅਦ ਰੁਲਦੂ ਸਿੰਘ ਮਾਨਸਾ ਦੀ ਸਟੇਟਮੈਂਟ ਆਉਂਦੀ ਹੈ, ਉਹ ਕਹਿੰਦੇ ਨੇ ਕਿ ਸੰਯੁਕਤ ਕਿਸਾਨ ਮੋਰਚਾ ਦੀ ਨਾਰਾਜ਼ਗੀ ਸਿਰ ਮੱਥੇ ਹੈ, ਉਹਨਾਂ ਨੇ ਸਸਪੈਂਡ ਕੀਤਾ ਹੈ, ਮੈਂ ਉਹ ਵੀ ਸਿਰ ਮੱਥੇ ਲੈਣਾ ਔਰ ਉਹਨਾਂ ਦਾ ਥੈਂਕਸ ਵੀ ਹੈ। ਜੋ ਮਤਲਬ ਸੰਯੁਕਤ ਕਿਸਾਨ ਮੋਰਚਾ ਨੇ ਉਹਨਾਂ ਨੂੰ ਹਦਾਇਤਾਂ ਦਿੱਤੀਆਂ ਨੇ ਉਹਨਾਂ ਦਾ ਪਾਲਣ ਵੀ ਜਿਹੜਾ ਉਹ ਕਰਨਗੇ। ਉਹਨਾਂ ਦੀ ਸਸਪੈਂਸ਼ਨ ਕਿਸ ਤਰੀਕੇ ਨਾਲ? ਦੇਖੋ, ਜਿਹੜੇ ਰੁਲਦੂ ਸਿੰਘ ਨੇ ਕਾਮਰੇਡ, ਉਹ ਬਹੁਤ ਹੀ ਸਿਆਣੇ ਤੇ ਸੁਲਝੇ ਹੋਏ ਆਗੂ ਨੇ। ਅਕਸਰ ਇੱਕ ਕਹਾਵਤ ਵੀ ਹੈ ਵੀ ਪਹਿਲਾਂ ਤੋਲੋ ਫਿਰ ਬੋਲੋ। ਜਦੋਂ ਤੁਸੀਂ ਲੀਡ ਕਰਦੇ ਹੋ, ਜਦੋਂ ਤੁਸੀਂ ਕਿਸੇ ਰਾਜਨੀਤਿਕ ਪਾਰਟੀ ਨਾਲ ਜੁੜੇ ਹੋ, ਤਾਂ ਤੁਹਾਨੂੰ ਹਰ ਸ਼ਬਦ ਦਾ ਜਿਹੜੇ ਬਹੁਤ ਨਾਪ ਤੋਲ ਕੇ ਬੋਲਣੇ ਪੈਂਦੇ ਨੇ। ਤੁਹਾਡੀ ਕਹੀ ਹੋਈ ਗੱਲ ਬਹੁਤ ਮਾਇਨੇ ਰੱਖਦੀ ਆ, ਉਹਦੇ ਬਹੁਤ ਅਰਥ ਹੁੰਦੇ ਨੇ। ਜਿਹੜੀਆਂ ਸਰਕਾਰ ਦੀਆਂ ਚਾਲਾਂ ਉਹਨਾਂ ਨੂੰ ਵੀ ਸਮਝਣਾ ਪਵੇਗਾ। ਸਰਕਾਰ ਪਹਿਲਾਂ ਹੀ ਚਾਹੁੰਦੀ ਹੈ ਕਿ ਕਿਤੇ ਨਾ ਕਿਤੇ ਇਹਦੇ ਵਿੱਚ ਗੜਬੜ ਪੈਦਾ ਹੋਵੇ, ਜਿਹੜੇ ਲੋਕ ਆ ਉਹ ਇਹਨਾਂ ਨਾਲੋਂ ਟੁੱਟਣ। ਇਹ ਸਰਕਾਰ ਦੀ ਇੱਕ ਮਨਸ਼ਾ ਹੈ, ਚਾਲਾਂ ਹੈ ਸਰਕਾਰ ਦੀਆਂ ਕਿ ਲੋਕ ਇਹਨਾਂ ਤੋਂ ਦੂਰ ਹੋਣ। ਸਰ, ਆਪਾਂ ਕੁਝ ਦਿਨ ਪਹਿਲਾਂ ਇੱਕ ਖਬਰ ਦੇ ਉੱਤੇ ਵਿਚਾਰ ਚਰਚਾ ਕੀਤੀ ਸੀ ਕਿ UAPA ਧਾਰਾ ਨੂੰ ਲੈ ਕੇ ਸੁਪਰੀਮ ਕੋਰਟ ਨੇ ਜਿਹੜਾ ਇਤਰਾਜ਼ ਹੈ ਉਹ ਜਤਾਇਆ ਔਰ ਹੁਣ ਸੁਪਰੀਮ ਕੋਰਟ ਦੇ 5 ਜੱਜ ਵੀ ਇਸ ਹੀ ਗੱਲ ਨੂੰ ਦੁਬਾਰਾ ਦੁਹਰਾ ਰਹੇ ਨੇ ਔਰ ਕਹਿ ਰਹੇ ਨੇ ਕਿ ਇਹ ਜਿਹੜਾ UAPA ਧਾਰਾ ਹੈ ਇਹ ਨਾਜਾਇਜ਼ ਹੈ, ਇਸ ਦੀ ਦੁਰਵਰਤੋਂ ਹੋ ਰਹੀ ਹੈ, ਇਸ ਤਰੀਕੇ ਦੇ ਨਾਲ ਇਸ ਨੂੰ ਯੂਜ਼ ਨਹੀਂ ਕਰਨਾ ਚਾਹੀਦਾ ਜਿਸ ਤਰੀਕੇ ਦੇ ਨਾਲ ਮੌਜੂਦਾ ਸਰਕਾਰ ਵੱਲੋਂ ਇਸ ਨੂੰ ਯੂਜ਼ ਕੀਤਾ ਜਾ ਰਿਹਾ ਹੈ। ਤੇ ਆਪਣਾ ਕਮਲ, ਦੇਖੋ, ਜਿੰਨੀਆਂ ਵੀ ਧਾਰਾਵਾਂ ਸੋਧ ਕੀਤੇ ਜਾਂਦੇ ਨੇ ਕਾਨੂੰਨ, ਕਈ ਵਾਰੀ ਅਜਿਹੀਆਂ ਧਾਰਾਵਾਂ ਦੀ ਸਰਕਾਰ ਜੋੜ ਦਿੱਤੀਆਂ ਜਾਂਦੀਆਂ ਜਿਹਦੇ ਨਾਲ ਕਿਤੇ ਨਾ ਕਿਤੇ ਜਾ ਕੇ ਜਿਹੜੀਆਂ ਉਹ ਭਵਿੱਖ ਵਿੱਚ ਜਾਂ ਜਦੋਂ ਉਹਨਾਂ ਦੀ ਸਹੀ ਮਿਹਨਤ 'ਚ ਵਰਤੋਂ ਕੀਤੀ ਜਾਂਦੀ ਆ, ਉਹਨਾਂ ਕਾਨੂੰਨਾਂ ਦੀ ਆੜ ਹੇਠ ਜਿਹੜੀ ਧੱਕੇਸ਼ਾਹੀ ਆ ਉਹ ਵੱਧ ਜਾਂਦੀ ਹੈ।
ਸ਼੍ਰੀ ਅਕਾਲ। ਪੰਜਾਬ ਸਟਾਰ ਟੀਵੀ ਵੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਕਮਲਰੀਤ ਕੌਰ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਸਪੈਸ਼ਲ ਰਿਪੋਰਟ ਦੇ ਵਿੱਚ ਗੱਲਬਾਤ ਕਰਾਂਗੇ ਅੱਜ ਬਿਜਲੀ ਸੋਧ ਕਾਨੂੰਨ ਦੇ ਬਾਰੇ। ਇੱਕ ਪਾਸੇ ਤੇ ਖੇਤੀ ਕਾਨੂੰਨਾਂ ਨੂੰ ਲੈ ਕੇ ਜਿਹੜਾ ਰੇੜਕਾ ਬਰਕਰਾਰ ਹੈ, ਲਗਭਗ 8 ਜਾਂ 9 ਮਹੀਨੇ ਦਾ ਸਮਾਂ ਜਿਹੜਾ ਲਗਭਗ ਹੋ ਚੁੱਕਾ ਹੈ। ਦਿੱਲੀ ਦੀਆਂ ਸਰਹੱਦਾਂ ਤੇ ਜਿਹੜੇ ਕਿਸਾਨ ਨੇ ਉਹ ਬੈਠੇ ਨੇ ਔਰ ਖੇਤੀ ਕਾਨੂੰਨਾਂ ਦੀ ਮੰਗ ਜਿਹੜੀ ਆ, ਖੇਤੀ ਕਾਨੂੰਨ ਰੱਦ ਕਰੋ ਦੀ ਮੰਗ ਜਿਹੜੀ ਆ ਬਰਕਰਾਰ ਲੈ ਕੇ ਬੈਠੇ ਨੇ। ਅਜੇ ਤੱਕ ਇਸ ਮਸਲੇ ਦਾ ਕੋਈ ਹੱਲ ਨਹੀਂ ਹੋ ਸਕਿਆ ਤੇ ਦੂਜੇ ਪਾਸੇ ਇਸ ਮੌਨਸੂਨ ਇਜਲਾਸ ਦੇ ਵਿੱਚ ਬਿਜਲੀ ਸੋਧ ਕਾਨੂੰਨ ਜਿਹੜਾ ਇਹ ਵੀ ਇੱਕ ਮੰਗ ਹੈ ਖੇਤੀ ਕਾਨੂੰਨਾਂ ਨੂੰ ਲੈ ਕੇ। ਇਹ ਬਿਜਲੀ ਸੋਧ ਕਾਨੂੰਨ ਜਿਹੜਾ ਹੈ ਇਹ ਪਾਸ ਕਰਨ ਦੀਆਂ ਤਿਆਰੀਆਂ ਜਿਹੜੀਆਂ ਨੇ ਕੇਂਦਰ ਸਰਕਾਰ ਵੱਲੋਂ ਕਰ ਦਿੱਤੀਆਂ ਗਈਆਂ ਨੇ। ਸੰਗਰੂਰ ਤੋਂ ਲੋਕ ਸਭਾ ਮੈਂਬਰ ਭਗਵੰਤ ਮਾਨ ਨੇ ਵੀ ਇਹ ਮੁੱਦਾ ਜਿਹੜਾ ਹੈ ਚੁੱਕਿਆ ਸੀ, ਇੱਕ ਚਿੱਠੀ ਵੀ ਜਿਹੜੀ ਆ ਲਿਖੀ ਸੀ ਔਰ ਇਸ ਸੋਧ ਕਾਨੂੰਨ ਦੇ ਕੀ ਨੁਕਸਾਨ ਹੋ ਸਕਦੇ ਨੇ, ਕੀ ਜਿਹੜੇ ਵਿਰੋਧ ਨੇ ਜਤਾਏ ਗਏ ਨੇ ਇਸ ਕਾਨੂੰਨ ਨੂੰ ਲੈ ਕੇ, ਇਸ ਦੇ ਬਾਰੇ ਗੱਲਬਾਤ ਕਰਾਂਗੇ। ਸਾਡੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਜੈ ਸਿੰਘ ਛਿੱਬਰ। ਸਰ ਬਹੁਤ ਸਵਾਗਤ ਹੈ। ਧੰਨਵਾਦ ਕਮਲ। ਸਰ, ਇੱਕ ਪਾਸੇ ਤੇ ਖੇਤੀ ਕਾਨੂੰਨਾਂ ਨੂੰ ਲੈ ਕੇ ਰੇੜਕਾ ਅਜੇ ਵੀ ਬਰਕਰਾਰ ਹੈ। 11 ਦੌਰ ਦੀ ਮੀਟਿੰਗ ਦੇ ਵਿੱਚੋਂ ਵੀ ਕੋਈ ਹੱਲ ਨਹੀਂ ਨਿਕਲ ਸਕਿਆ ਔਰ ਹੁਣ 5 ਮਹੀਨੇ ਹੋ ਗਏ ਨੇ ਜਦੋਂ ਮੀਟਿੰਗ ਦਾ ਸਿਲਸਿਲਾ ਵੀ ਰੁਕਿਆ ਹੋਇਆ ਔਰ ਮੰਗਾਂ ਆਪਣੀਆਂ ਕਿਸਾਨ ਬਰਕਰਾਰ ਰੱਖ ਕੇ ਦਿੱਲੀ ਦੀਆਂ ਸਰਹੱਦਾਂ ਤੇ ਬੈਠੇ ਨੇ, ਜਿਨ੍ਹਾਂ ਦੇ ਵਿੱਚੋਂ ਇੱਕ ਬਿਜਲੀ ਸੋਧ ਕਾਨੂੰਨ ਦਾ ਵੀ ਹੈ। ਖੇਤੀ ਕਾਨੂੰਨ ਤੇ ਹੈ ਹੀ ਹੈ, ਬਿਜਲੀ ਸੋਧ ਕਾਨੂੰਨ ਦਾ ਵਿਰੋਧ ਵੀ ਲਗਾਤਾਰ ਕੀਤਾ ਜਾ ਰਿਹਾ ਹੈ ਔਰ ਇਹ ਚਰਚਾਵਾਂ ਪੁਰਜ਼ੋਰ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਔਰ ਪੱਕੀ ਜਿਹੜੀ ਸੂਚਨਾ ਮਿਲੀ ਹੈ ਕਿ ਬਿਜਲੀ ਸੋਧ ਕਾਨੂੰਨ ਜਿਹੜਾ ਪਾਸ ਕਰਨ ਦੀ ਤਿਆਰੀ ਇਸ ਮੌਨਸੂਨ ਇਜਲਾਸ ਦੇ ਵਿੱਚ ਮੁਕੰਮਲ ਕਰ ਲਈ ਗਈ ਹੈ। ਕਮਲ, ਬਿਲਕੁਲ ਜਿਹੜੀ ਗੱਲ ਤੁਸੀਂ ਕਹਿ ਰਹੇ ਹੈ ਕਿ ਜਿਹੜੀਆਂ ਇਹ ਖਬਰਾਂ ਨਿਕਲ ਕੇ ਸਾਹਮਣੇ ਆ ਰਹੀਆਂ, ਜਿਹੜਾ ਲੋਕ ਸਭਾ ਦਾ ਬਿਜ਼ਨਸ ਆ, ਜਿਵੇਂ ਵਿਧਾਨ ਸਭਾ ਦਾ, ਲੋਕ ਸਭਾ ਦਾ, ਰਾਜ ਸਭਾ ਦਾ ਬਿਜ਼ਨਸ ਹੁੰਦਾ, ਉਹਦੇ ਵਿੱਚ ਵੀ ਕਿਹੜੇ ਬਿੱਲ ਆਉਣੇ ਆ, ਕਿਹੜੇ ਸਵਾਲ ਜਵਾਬ ਆਉਣੇ ਆ, ਉਹ ਇੱਕ ਉਹਨਾਂ ਦਾ ਸਾਰਾ ਸਿਸਟਮ ਬਣਿਆ ਹੋਇਆ ਹੁੰਦਾ ਵੀ ਕਿਹੜੇ ਬਿੱਲ ਆ ਸਕਦੇ ਨੇ। ਉਹਨਾਂ ਬਿੱਲਾਂ ਦੇ ਵਿੱਚ ਕੋਈ ਸਰਕਾਰ 30 ਦੇ ਕਰੀਬ ਬਿੱਲ ਆ ਜਿਹੜੀ ਉਹ ਉਹਨਾਂ ਪਰ ਚਰਚਾ ਕਰਨ ਦੇ ਵਾਸਤੇ ਲੋਕ ਸਭਾ 'ਚ ਲੈ ਸਕਦੀ ਆ। ਚਰਚਾ ਹੋਵੇ ਨਾ ਹੋਵੇ ਇਹ ਇੱਕ ਵੱਖਰੀ ਗੱਲ ਹੈ, ਪਰ ਸਰਕਾਰ ਪੇਸ਼ ਕਰਨ ਦੀ ਉਹਨਾਂ ਦੀ ਸੰਭਾਵਨਾ, ਜਿਹਦੇ ਵਿੱਚ ਜਿਹੜਾ ਬਿਜਲੀ ਸੋਧ ਬਿੱਲ ਆ ਉਹ ਵੀ ਲੈ ਕੇ ਆਵੇਗਾ। ਤੁਹਾਡੇ ਯਾਦ ਹੋਵੇਗਾ ਕਿ ਜਦੋਂ 8 ਮਹੀਨੇ ਪਹਿਲਾਂ 26 ਨਵੰਬਰ ਨੂੰ ਪਿਛਲੇ ਸਾਲ 2020 ਦੇ ਵਿੱਚ ਜਿਹੜੇ ਕਿਸਾਨ ਆ ਉਹ ਧਰਨਾ ਦੇਣ ਉੱਥੇ ਦਿੱਲੀ ਗਏ, ਅਤੇ ਜਦੋਂ ਉਹਨਾਂ ਨੇ ਦਿੱਲੀ ਦੀਆਂ ਜਿਹੜੀਆਂ ਸਰਹੱਦਾਂ 'ਤੇ ਆਪਣੇ ਮੋਰਚਾ ਸੰਭਾਲਿਆ, 3 ਖੇਤੀ ਕਾਨੂੰਨਾਂ ਤੋਂ ਇਲਾਵਾ ਇੱਕ ਤਾਂ ਜਿਹੜਾ ਬਿਜਲੀ ਸੋਧ ਬਿੱਲ ਆ ਇਹਨੂੰ ਵੀ ਰੱਦ ਕਰਨ ਵਾਸਤੇ, ਅਤੇ ਇੱਕ ਜਿਹੜੀਆਂ ਪ੍ਰਦੂਸ਼ਣ ਦੇ ਨਾਂ ਹੇਠ ਜਿਹੜੀਆਂ ਕਿਸਾਨਾਂ ਪਰ ਜਿਹੜੇ ਮੋਟੇ ਟੈਕਸ ਲਾਏ ਜਾ ਰਹੇ ਆ ਜਾਂ ਕਿਸਾਨਾਂ ਨੂੰ ਜੁਰਮਾਨੇ ਲਾਏ ਜਾ ਰਹੇ ਆ, ਸਜ਼ਾ ਦਿੱਤੀ ਜਾ ਰਹੀ ਆ, ਉਹ ਆਰਡੀਨੈਂਸ ਆ ਜਿਹੜਾ ਰੱਦ ਕਰਨ ਵਾਸਤੇ ਵੀ ਇਹ 3 ਖੇਤੀ ਕਾਨੂੰਨਾਂ ਤੋਂ ਇਲਾਵਾ ਇਹ 2 ਆਰਡੀਨੈਂਸ ਆ ਜਿਹੜੇ ਉਹ ਵੀ ਉਹਦੇ ਵਿੱਚ ਸ਼ਾਮਲ ਨੇ, ਇਨਕਲੂਡ ਨੇ, ਜਿਹੜੀਆਂ ਕਿਸਾਨਾਂ ਦੀਆਂ ਮੰਗਾਂ ਨੇ। ਹੁਣ ਤੁਸੀਂ ਦੇਖੋ ਵੀ ਪਹਿਲਾਂ ਤਾਂ ਜਿਹੜੇ ਖੇਤੀ ਕਾਨੂੰਨ ਨੇ ਇਹ ਸਟੇਟ ਸਬਜੈਕਟ ਆ, ਇਹ ਸਟੇਟਾਂ ਦਾ ਅਧਿਕਾਰ ਆ, ਰਾਜਾਂ ਦਾ ਅਧਿਕਾਰ ਆ, ਉਹਦੇ ਵਿੱਚ ਕੇਂਦਰ ਜਿਹੜੀ ਸਿੱਧੀ ਦਖਲਅੰਦਾਜ਼ੀ ਕਰ ਰਹੀ ਆ। ਹੁਣ ਸੇਮ ਚੀਜ਼ ਜਿਹੜਾ ਬਿਜਲੀ ਐਕਟ ਹੈ ਇਹਦੇ 'ਚ ਸੋਧ ਕਰਨ ਜਾ ਰਹੀ ਹੈ। ਇਹਦੇ ਨਾਲ ਕੀ ਹੋਵੇਗਾ ਕਿ ਜਿਹੜੀਆਂ ਸਟੇਟਾਂ ਦਾ ਜਿਹੜਾ ਫੈਡਰਲਾਈਜ਼ਮ ਹੈ, ਸੰਘੀ ਢਾਂਚਾ, ਉਹਦੇ ਪਰ ਇੱਕ ਤਰ੍ਹਾਂ ਦਾ ਇਹ ਸਰਕਾਰ ਦਾ ਸਿੱਧਾ ਹਮਲਾ ਹੋ ਰਿਹਾ ਹੈ। ਹੁਣ ਕੀ ਹੋਵੇਗਾ ਜਦੋਂ ਬਿਜਲੀ ਜਿਹੜਾ ਕਾਨੂੰਨ ਨਵਾਂ ਸੋਧ ਲਾਗੂ ਹੋਵੇਗਾ, ਕਿ ਇੱਕ ਤਾਂ ਸਰਕਾਰ ਤਾਂ ਇਹ ਕਹਿ ਰਹੀ ਹੈ ਨਾ ਕਿ ਅਸੀਂ ਇਹਦੇ ਨਾਲ ਵੀ ਜਿਵੇਂ ਜਿਹੜੀਆਂ ਟੈਲੀਕਾਮ ਦੀਆਂ ਕੰਪਨੀਆਂ, ਜਿਹਦੀ ਇੱਛਾ ਹੋਵੇਗੀ ਜਿਹੜੀ ਮਰਜ਼ੀ ਕੰਪਨੀ ਦਾ ਤੁਸੀਂ ਸਿਮ ਲੈ ਲਓ, ਮਦਦ ਲੈ ਲਓ। ਹੁਣ ਹੋ ਕੀ ਰਿਹਾ ਹੈ, ਸਾਰੀਆਂ ਸਟੇਟਾਂ ਵਿੱਚ ਲਗਭਗ ਇੱਕ ਬਿਜਲੀ ਕੰਪਨੀ ਹੈ ਜਾਂ ਸਟੇਟ ਦੇ ਬਿਜਲੀ ਬੋਰਡ ਬਣੇ ਹੋਏ ਨੇ, ਪਾਵਰ ਕਾ ਬਣ ਗਿਆ ਹੈ ਨਾ, PSPC ਹਾਂ ਸਰਕਾਰੀ ਹੈ ਨਾ। ਉਹ ਤੋਂ ਬਾਅਦ ਕੀ ਹੋਵੇਗਾ ਕਿ ਵੀ ਇਹ ਪ੍ਰਾਈਵੇਟੇਸ਼ਨ ਹੋ ਜਾਏਗੀ ਇਹਦੀ। ਹਾਲਾਂਕਿ ਪ੍ਰਾਈਵੇਟੇਸ਼ਨ ਵਰਗਾ ਹੁਣ ਕਾਰਪੋਰੇਸ਼ਨ ਤਾਂ ਇਹਨਾਂ ਨੇ ਬਣਾ ਦਿੱਤੀ, ਜਦੋਂ ਪਿੱਛੇ ਤੋੜ ਦਿੱਤੀਆਂ ਪੂਰੇ ਦੇਸ਼ ਦੇ ਵਿੱਚ ਇਹਨਾਂ ਨੂੰ 3 ਹਿੱਸਿਆਂ ਦੇ ਵਿੱਚ ਵੰਡਦਾ। ਇੱਕ ਇਹਨਾਂ ਉਤਪਾਦਨ ਦਾ ਹਿੱਸਾ ਅਲੱਗ ਹੋ ਗਿਆ, ਡਿਸਟਰੀਬਿਊਸ਼ਨ ਦਾ ਅਲੱਗ ਹੋ ਗਿਆ, ਅਤੇ ਜਿਹੜਾ ਬਾਕੀ ਸਿਸਟਮ ਜਿਹਨੇ ਸਾਰਾ ਸੰਭਾਲਣਾ ਕਲੈਰੀਕਲ ਜਾਂ ਹੋਰ ਉਹ ਇੱਕ ਅਲੱਗ 3 ਹਿੱਸਿਆਂ ਦੇ ਵਿੱਚ ਆ। ਜਿਹੜਾ ਇਹਨੂੰ ਬਿਜਲੀ ਵਿਭਾਗ ਹੁੰਦਾ ਤਾਂ ਇਹਨੂੰ 3 ਹਿੱਸਿਆਂ ਦੇ ਵਿੱਚ ਵੰਡ ਦਿੱਤਾ ਗਿਆ। ਹੁਣ ਜੇ ਇਹ ਬਿਜਲੀ ਐਕਟ ਲਾਗੂ ਹੋ ਜਾਂਦਾ ਹੈ ਤਾਂ ਇਹਦੇ ਨਾਲ ਕਿਆ ਹੋ ਗਿਆ, ਜਿਹੜਾ ਰੈਗੂਲੇਟਰੀ ਕਮਿਸ਼ਨ ਆ ਉਹ ਸਟੇਟਾਂ ਉਹਦੀ ਮੈਂਬਰ ਲਾਉਂਦੀਆਂ, ਚੇਅਰਮੈਨ ਲਾਉਣਾ, ਹੋਰ ਜੋ ਕੰਮ ਕਰਨਾ ਉਹ ਸੈਂਟਰ ਆਪਣਾ ਪੰਜਾਬ ਦਾ ਜਾਂ ਹਰਿਆਣਾ, ਹਰੇਕ ਸਟੇਟ ਆਪਣੇ ਅਧਿਕਾਰੀਆਂ ਦੀ ਉੱਥੇ
ਨਿਯੁਕਤੀ ਕਰਦਾ ਹੈ, ਮੈਂਬਰਾਂ ਦੀ ਨਿਯੁਕਤੀ ਕਰਦਾ ਹੈ। ਕਈਆਂ ਉਹਦੇ 'ਚ ਜਿਹੜੇ ਇੰਜੀਨੀਅਰ ਪੱਖੋਂ ਮਾਹਰ ਹੁੰਦੇ ਨੇ, ਟੈਕਨੀਕਲ ਪੱਖੋਂ ਮਾਹਰ ਹੁੰਦੇ ਨੇ ਜਾਂ IAS ਅਫਸਰ ਨੇ, ਉਹਨਾਂ ਨੂੰ ਉਸ ਜਿਹੜੇ ਰੈਗੂਲੇਟਰੀ ਕਮਿਸ਼ਨ ਨੇ ਉਹਨਾਂ ਦੇ ਵਿੱਚ ਐਡਜਸਟ ਕੀਤਾ ਜਾਂਦਾ ਜਾਂ ਲਗਾਇਆ ਜਾਂਦਾ। ਪਰ ਜੋ ਹੁਣ ਨਵਾਂ ਕਾਨੂੰਨ ਇਹ ਲੈ ਕੇ ਆਉਣਗੇ ਉਹਦੇ ਵਿੱਚ ਇਹ ਗੱਲ ਹੈਗੀ ਆ ਕਿ ਇਹ ਰੈਗੂਲੇਟਰੀ ਕਮਿਸ਼ਨ ਦੇ ਮੈਂਬਰ ਲਾਉਣ ਦੇ ਅਧਿਕਾਰ ਆ ਜਿਹੜੇ ਕੇਂਦਰ ਸਰਕਾਰ ਕੋਲ ਚਲੇ ਜਾਣੇ। ਉਸ ਅੰਦਰ ਕੇਂਦਰ ਸਰਕਾਰ ਦੀ ਮਰਜ਼ੀ ਹੋਵੇਗੀ ਕਿ ਕਿਹੜੀ ਸਟੇਟ ਦਾ ਕਿਹੜਾ ਕਮਿਸ਼ਨ ਦਾ ਮੈਂਬਰ ਲਾਉਣਾ। ਇਹ ਇੱਕ ਤਰ੍ਹਾਂ ਦਾ ਸਿੱਧਾ ਸਟੇਟ ਦੀ ਜਿਹੜੇ ਸੂਬੇ ਆ ਉਹਨਾਂ ਦੇ ਵਿੱਚ ਦਖਲ ਆ। ਹਾਲਾਂਕਿ ਦਖਲ ਤਾਂ ਇਸ ਸਰਕਾਰ ਦਾ ਪਹਿਲੇ ਦਿਨ ਤੋਂ ਉਸ ਦਿਨ ਸ਼ੁਰੂ ਹੋ ਗਿਆ ਸੀਗਾ ਜਦੋਂ ਇਹਨਾਂ ਨੇ ਕਿਹਾ ਸੀਗਾ ਕਿ ਵਨ ਨੇਸ਼ਨ ਵਨ ਟੈਕਸ। ਉਦੋਂ ਸਾਡੇ ਜਿਹੜੀਆਂ ਸੂਬਿਆਂ ਦੀਆਂ ਸਰਕਾਰਾਂ ਸੀਗੀਆਂ ਉਦੋਂ ਇਹਨਾਂ ਦੀਆਂ ਗੋਲ ਮਿੱਠੀਆਂ ਮੰਮੋ ਠੱਗਣੀਆਂ ਜਿਹੜੀਆਂ ਆਪਾਂ ਗੱਲਾਂ ਕਹਿੰਦੇ ਆ ਉਹਦੇ ਵਿੱਚ ਆ ਗਏ। ਉਦੋਂ ਇਹਨਾਂ ਨੇ ਇਹ ਗੱਲ ਕਿਹਾ ਕਿ ਅਸੀਂ 5 ਸਾਲ ਜਿੰਨਾ ਤੁਹਾਡਾ ਟੈਕਸ ਕਲੈਕਟ ਹੋਵੇਗਾ ਉਹਦੇ ਨਾਲੋਂ 1.5 ਗੁਣਾ ਜਾਂ ਉਹਦੀ ਕੋਈ ਇਹਨਾਂ ਨੇ ਪਰਸੈਂਟੇਜ ਰੱਖਤੀ ਵੀ ਅਸੀਂ ਤੁਹਾਡਾ ਘੱਟ ਹੋਵੇ ਵੱਧ ਹੋਵੇ ਤੁਹਾਨੂੰ ਸਟੇਟਾਂ ਨੂੰ ਅਸੀਂ ਇੰਨਾ ਟੈਕਸ ਆ ਜਿਹੜਾ ਉਹ ਪੇ ਕਰਾਂਗੇ, ਮੁਆਵਜ਼ੇ ਦੇ ਰੂਪ ਵਿੱਚ ਦੇਵਾਂਗੇ। ਤਾਂ ਉਦੋਂ ਸਾਡੀ ਪੰਜਾਬ ਸਰਕਾਰ ਨੇ ਵੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ, ਮਨਪ੍ਰੀਤ ਬਾਦਲ ਆ ਜੋ ਫਾਈਨਾਂਸ ਮਿਨਿਸਟਰ ਆ, ਇਹਨਾਂ ਨੇ ਹੋਰ ਵੀ ਜਿਹੜੇ ਆਗੂ ਤੇ ਸੱਤਾ ਧਿਰ ਦੇ ਕਾਂਗਰਸ ਦੇ ਉਹਨਾਂ ਨੇ ਬਹੁਤ ਗਿੱਬ ਕੇ ਇਸ ਦਾ ਸਵਾਗਤ ਕੀਤਾ ਤਾ ਕਿ ਇਹ GST ਲਾਗੂ ਹੋਣੀ ਚਾਹੀਦੀ ਆ। ਹਾਲਾਂਕਿ ਉਦੋਂ ਆਮ ਆਦਮੀ ਪਾਰਟੀ ਨੇ, ਲੋਕ ਇਨਸਾਫ ਪਾਰਟੀ ਵਾਲਿਆਂ ਨੇ, ਕੁਝ ਹੋਰ ਬਾਦਲ ਦਲ ਦੇ ਵੀ ਥੋੜ੍ਹਾ ਚੁੱਪ ਚਪੀਤੇ ਜੇ ਰਹੇ, ਪਰ ਉਹ ਇਸ ਗੱਲ ਨੂੰ ਕਰਦੇ ਰਹੇ ਕਿ ਇਹਦੇ ਵਿੱਚ ਜਿਹੜੀਆਂ ਸੋਧਾਂ ਉਹ ਕਰ ਲੈਣੀਆਂ ਚਾਹੀਦੀਆਂ, ਕਿੱਥੇ ਕੀ ਆ ਕੁਝ ਸੋਧਾਂ ਹੋਈਆਂ। ਪਰ ਸਾਡੀ ਜਿਹੜੀ ਇਹ ਸੱਤਾ ਧਿਰ ਤੀ ਆਪਣੇ ਖਾਸ ਕਰਕੇ ਮਨਪ੍ਰੀਤ ਬਾਦਲ ਨੇ ਬਹੁਤ ਗਿੱਬ ਕੇ ਇਹ ਮਤਲਬ ਆਂਕੜੇ ਦੱਸੇ, ਇਹਦੇ ਫਾਇਦੇ ਦੱਸੇ ਕਿ ਇਹਦੇ ਨਾਲ ਕਿਆ ਪੰਜਾਬ ਸਟੇਟ ਨੂੰ ਫਾਇਦਾ ਹੋ ਗਿਆ। ਇਸ ਤਰ੍ਹਾਂ ਜਿਹੜੀਆਂ ਜਿੱਥੇ BJP ਦੀਆਂ ਸਰਕਾਰਾਂ ਤੀਆਂ ਉਹਨਾਂ ਨੇ ਤਾਂ ਉਹ ਪਾਸ ਕਰ ਦਿੱਤਾ। ਪੰਜਾਬ ਸਰਕਾਰ ਨੇ ਵੀ GST ਦਾ ਇਹ ਪਾਸ ਕਰ ਦਿੱਤਾ ਸੀਗਾ ਐਕਟ, ਜਦੋਂ GST ਬਣਿਆ ਇੱਕ ਟੈਕਸ ਲੈਣ ਲੱਗੇ। ਹੁਣ ਉਹ ਤੋਂ ਬਾਅਦ ਕੀ ਹੋਇਆ, ਫਿਰ ਉਹ ਤੋਂ ਬਾਅਦ ਵਨ ਨੇਸ਼ਨ ਵਨ ਰਾਸ਼ਨ ਕਾਰਡ ਹੋਰ ਉਹ ਸਾਰੇ ਇੱਕ ਪਾਸੇ ਨੂੰ ਵਧੀ ਜਾਂਦੇ ਆ। ਇਹ ਸਿੱਧੇ ਰੂਪ ਦੇ ਵਿੱਚ ਹੁਣ ਉਹ ਦੇਸ਼ ਦੇ ਵਿੱਚ ਵੀ ਇੱਕ ਪ੍ਰਣਾਲੀ ਲਾਗੂ ਕਰਨ ਵਾਲੇ ਪਾਸੇ ਨੂੰ ਇਹੀ ਜਿਹੜੀ ਸਰਕਾਰ ਆ ਉਹ ਵਧੀ ਹੋਈ ਆ। ਇਹ ਜਿਹੜੀਆਂ ਸਟੇਟਾਂ ਰਾਜਾਂ ਉਹਨਾਂ ਦੇ ਅਧਿਕਾਰ ਦੇ ਵਿੱਚ ਸਿੱਧੀ ਦਖਲਅੰਦਾਜ਼ੀ ਆ। ਇਹ ਇਸ ਤਰ੍ਹਾਂ ਨਹੀਂ ਹੁੰਦਾ। ਜਿਹੜਾ ਭਾਰਤ ਦਾ ਸਿਸਟਮ ਆ, ਭਾਰਤ ਦਾ ਕਾਨੂੰਨ ਆ, ਉਹ ਸਟੇਟਾਂ ਨੂੰ ਵੀ ਵੱਧ ਅਧਿਕਾਰਾਂ ਦੀ ਗੱਲ ਦੇ ਰਿਹਾ। ਜਦੋਂ ਤੁਸੀਂ ਵੱਧ ਅਧਿਕਾਰਾਂ ਦੀ ਗੱਲ ਕਰਦੇ ਆ ਫਿਰ ਤੁਹਾਨੂੰ ਵੱਖਵਾਦੀ, ਅਲਗਾਵਵਾਦੀ, ਖਾਲਿਸਤਾਨੀ, ਕਦੇ ਕੁਛ ਕਹਿ ਕੇ ਭੰਡਿਆ ਜਾ ਰਿਹਾ ਹੈ। ਇਹਦੇ ਨਾਲ ਹੁਣ ਹੌਲੀ ਕਿਆ ਹੋ ਰਿਹਾ, ਸਾਰੀਆਂ ਸਟੇਟਾਂ ਜਿਹੜੀਆਂ ਉਹਨਾਂ ਦਾ ਨੁਕਸਾਨ ਹੋਣਾ ਸ਼ੁਰੂ ਹੋ ਗਿਆ। ਇਹਦੇ ਵਾਸਤੇ ਸਾਰੀਆਂ ਸਟੇਟਾਂ ਨੂੰ ਇਕੱਠੇ ਹੋ ਕੇ ਜੁੜ ਕੇ ਗੱਲ ਕਰਨੀ ਪਵੇਗੀ ਅਤੇ ਇਕੱਠੇ ਹੋ ਕੇ ਅੰਦੋਲਨ ਕਰਨਾ ਪਵੇਗਾ ਕਿ ਇਹਦੇ ਨਾਲ ਕਿਤੇ ਨਾ ਕਿਤੇ ਇੱਕ ਦਿਨ ਇਹ ਹੋਵੇਗਾ ਕਿ ਜਿਹੜਾ ਸਮੁੱਚਾ ਭਾਰਤ ਆ ਫਿਰ ਉਹ ਪ੍ਰਾਈਵੇਟੇਸ਼ਨ ਵੱਲ, ਨਿੱਜੀਕਰਨ ਵਾਲੇ ਪਾਸੇ ਵਧੂਗਾ। ਇੱਕ ਨਾ ਇੱਕ ਤਰ੍ਹਾਂ ਦਾ ਜਿਵੇਂ 1947 ਤੋਂ ਪਹਿਲਾਂ ਬ੍ਰਿਟਿਸ਼ ਸਰਕਾਰ ਇੱਥੇ ਆਈ ਜਾਂ ਸਾਈਮਨ ਕਮਿਸ਼ਨ ਆਉਣ ਤੋਂ ਪਹਿਲਾਂ ਉਰੇ ਜਾਣੀ ਕਿ ਆਪਾਂ ਕਹਿੰਦਾ ਵੀ ਅੰਗਰੇਜ਼ ਆਏ, ਉਹਨਾਂ ਨੇ ਆ ਕੇ ਕੱਚਾ ਮਾਲ ਲੈਣਾ ਸੀਗਾ, ਰੁਜ਼ਗਾਰ ਵਾਸਤੇ ਆਏ ਹੈ ਨਾ, ਬਾਅਦ 'ਚੋਂ ਇੱਥੇ ਕਬਜ਼ਾ ਕਰਕੇ ਬਹਿ ਗਏ। ਇਸ ਤਰ੍ਹਾਂ ਹੀ ਹੁਣ ਸਾਰੇ ਪਾਸੇ ਜਿਹੜਾ ਪ੍ਰਾਈਵੇਟੇਸ਼ਨ ਹੋ ਰਿਹਾ, ਉਹਨਾਂ ਦਾ ਇੱਕ ਅਧਿਕਾਰ ਵਾਲੇ ਪਾਸੇ ਨੂੰ ਨਿੱਜੀ ਕੰਪਨੀਆਂ ਵੱਧ ਰਹੀਆਂ, ਉਹਦੇ ਨਾਲ ਸਰਕਾਰੀ ਸਿਸਟਮ ਖਤਮ ਹੋ ਰਿਹਾ, ਮਹਿੰਗਾਈ ਵੀ ਵੱਧ ਰਹੀ ਆ ਅਤੇ ਲੋਕਾਂ ਦੇ ਵਿੱਚ ਜਿਹੜੀ ਬੇਰੁਜ਼ਗਾਰੀ ਆ ਉਹ ਵੀ ਵੱਧ ਰਹੀ ਆ। ਉੱਥੇ ਜਿਹੜਾ ਸ਼ੋਸ਼ਣ ਆ ਲੋਕਾਂ ਦਾ ਉਹ ਵੀ ਹੋ ਰਿਹਾ। ਕਿਤੇ ਤਾਂ ਤੁਹਾਨੂੰ ਜਿਹੜੀ ਖਾਸ ਕਰਕੇ ਮੁਲਾਜ਼ਮ ਰੱਖੇ ਜਾਂਦੇ ਆ ਕਿਉਂਕਿ ਫਿਰ ਉਹਨਾਂ ਨੂੰ ਘੱਟ ਤਨਖਾਹਾਂ ਦਿੱਤੀਆਂ ਜਾਂਦੀਆਂ ਅਤੇ ਉਹਨਾਂ ਦੀ ਇੱਛਾ ਇਹੀ ਹੁੰਦੀ ਹੈ ਕਿ ਜਿਹੜੇ ਮੁਨਾਫਾ ਕਮਾਉਣਾ ਚਾਹੁੰਦੇ ਆ ਕੰਪਨੀਆਂ ਵਾਲੇ, ਪ੍ਰਾਈਵੇਟੇਸ਼ਨ ਜਿੱਥੇ ਹੁੰਦੀ ਆ, ਉਹ ਕਹਿੰਦੇ ਵੀ ਸਾਨੂੰ ਪੈਸਾ ਘੱਟ ਦੇਣਾ ਪਵੇ, ਪ੍ਰੋਫਿਟ ਆ ਜਿਹੜਾ ਵੱਧ ਹੋਵੇ। ਹੁਣ ਆਪਾਂ ਪਾਵਰਕਾਮ ਦੀ ਜਦ ਗੱਲ ਕਰ ਰਹੇ ਆ ਤਾਂ ਦਫ਼ਤਰਾਂ ਦੇ ਵਿੱਚੋਂ ਇਹੀ ਰਿਪੋਰਟਾਂ ਮਿਲਦੀਆਂ, ਕਿਤੇ 1 JE ਰਹਿ ਗਿਆ, ਕਿਤੇ 2 JE ਰਹਿ ਗਏ, ਕਿਤੇ SDO, ਮਤਲਬ ਥੱਲੜੇ ਲਾਈਨਮੈਨਾਂ ਦੀ ਇੰਨੀ ਕਮੀ ਆ। ਇੱਕ ਮੁਲਾਜ਼ਮ 5 ਜਿੱਥੇ ਪਹਿਲਾਂ 5 ਮੁਲਾਜ਼ਮ ਹੁੰਦੇ ਸੀਗੇ ਉੱਥੇ ਹੁਣ 1 ਮੁਲਾਜ਼ਮ ਰਹਿ ਗਿਆ। ਬਹੁਤ ਸਾਰੀਆਂ ਜਿਹੜੀਆਂ ਸ਼ਿਕਾਇਤਾਂ ਉਹ ਨਿਚਲੇ ਪੱਧਰ 'ਤੇ ਵੀ ਆ ਰਹੀਆਂ। ਇਸ ਕਰਕੇ ਇਸ ਮੁੱਦੇ ਪਰ ਜਿਵੇਂ ਕਿਸਾਨੀ ਦੇ ਮੁੱਦੇ ਪਰ ਸਾਰੇ ਲੋਕ ਇਕੱਠੇ ਹੋ ਕੇ ਸੰਘਰਸ਼ ਕਰ ਰਹੇ ਆ, ਤਾਂ ਜਿਹੜਾ ਬਿਜਲੀ ਦਾ ਮੁੱਦਾ ਹੈ ਇਹਦੇ ਪਰ ਵੀ ਸਾਰੀਆਂ ਸਟੇਟਾਂ ਨੂੰ, ਸਾਰੇ ਲੋਕਾਂ ਨੂੰ ਇਕੱਠੇ ਹੋਣ ਦੀ ਜ਼ਰੂਰਤ ਹੈਗੀ ਹੈ। ਕੌਮੀ ਪੱਧਰ 'ਤੇ ਅੰਦੋਲਨ ਕਰਨ ਦੀ ਸ਼ੁਰੂ ਹੈ। ਇਹ ਸਰਕਾਰ ਦਾ ਜਿਹੜਾ ਸਿੱਧਾ ਸੂਬਿਆਂ ਦੇ ਅਧਿਕਾਰਾਂ 'ਚ ਜਿਹੜਾ ਦਖਲ ਆ ਇਹ ਕਿਤੇ ਨਾ ਕਿਤੇ ਦੇਸ਼ ਵਾਸਤੇ ਅਤੇ ਸੂਬਿਆਂ ਵਾਸਤੇ ਇੱਕ ਖਤਰਨਾਕ ਸਾਬਤ ਹੋ ਸਕਦਾ ਹੈ।
ਸਰ ਸੰਯੁਕਤ ਕਿਸਾਨ ਮੋਰਚਾ ਦੀ ਗੱਲ ਕਰ ਲਈਏ ਤਾਂ ਸੰਯੁਕਤ ਕਿਸਾਨ ਮੋਰਚਾ ਦੇ ਹੀ ਆਗੂ ਰੁਲਦੂ ਸਿੰਘ ਮਾਨਸਾ ਦੀ ਇੱਕ ਸਟੇਟਮੈਂਟ ਕੁਝ ਧਾਰਮਿਕ ਭਾਵਨਾਵਾਂ ਦਾ ਹਵਾਲਾ ਦਿੱਤਾ ਗਿਆ ਕਿ ਧਾਰਮਿਕ ਭਾਵਨਾਵਾਂ ਆਹਤ ਹੋਈਆਂ ਨੇ ਉਹਨਾਂ ਦੀ ਸਟੇਟਮੈਂਟ ਦੇ ਨਾਲ, ਔਰ ਜਿਸ ਦੇ ਚੱਲਦਿਆਂ ਸੰਯੁਕਤ ਕਿਸਾਨ ਮੋਰਚਾ ਦੇ ਵੱਲੋਂ ਉਹਨਾਂ ਨੂੰ 15 ਦਿਨ ਦੇ ਲਈ ਸਸਪੈਂਡ ਕੀਤਾ ਗਿਆ। ਤੇ ਉਸ ਤੋਂ ਬਾਅਦ ਰੁਲਦੂ ਸਿੰਘ ਮਾਨਸਾ ਦੀ ਸਟੇਟਮੈਂਟ ਆਉਂਦੀ ਆ, ਉਹ ਕਹਿੰਦੇ ਨੇ ਕਿ ਸੰਯੁਕਤ ਕਿਸਾਨ ਮੋਰਚਾ ਦੀ ਨਾਰਾਜ਼ਗੀ ਸਿਰ ਮੱਥੇ ਆ, ਉਹਨਾਂ ਨੇ ਸਸਪੈਂਡ ਕੀਤਾ ਹੈ। ਮੈਂ ਉਹ ਵੀ ਸਿਰ ਮੱਥੇ ਲੈਣਾ ਔਰ ਉਹਨਾਂ ਦਾ ਥੈਂਕਸ ਵੀ ਹੈ। ਜੋ ਮਤਲਬ ਸੰਯੁਕਤ ਕਿਸਾਨ ਮੋਰਚਾ ਨੇ ਉਹਨਾਂ ਨੂੰ ਹਦਾਇਤਾਂ ਦਿੱਤੀਆਂ ਨੇ ਉਹਨਾਂ ਦਾ ਪਾਲਣ ਵੀ ਜਿਹੜਾ ਉਹ ਕਰਨਗੇ। ਉਹਨਾਂ ਦੀ ਸਸਪੈਂਸ਼ਨ ਨੂੰ ਕਿਸ ਤਰੀਕੇ ਨਾਲ ਦੇਖੋ, ਜਿਹੜੇ ਰੁਲਦੂ ਸਿੰਘ ਨੇ ਕਾਮਰੇਡ, ਉਹ ਬਹੁਤ ਹੀ ਸਿਆਣੇ ਤੇ ਸੁਲਝੇ ਹੋਏ ਆਗੂ ਨੇ। ਅਕਸਰ ਇੱਕ ਕਹਾਵਤ ਵੀ ਹੈ ਵੀ ਪਹਿਲਾਂ ਤੋਲੋ ਫਿਰ ਬੋਲੋ। ਜਦੋਂ ਤੁਸੀਂ ਲੀਡ ਕਰਦੇ ਹੋ, ਜਦੋਂ ਤੁਸੀਂ ਕਿਸੇ ਰਾਜਨੀਤਿਕ ਪਾਰਟੀ ਨਾਲ ਜੁੜੇ ਹੋਏ, ਤਾਂ ਤੁਹਾਨੂੰ ਹਰ ਸ਼ਬਦ ਆ ਜਿਹੜੇ ਬਹੁਤ ਨਾਪ ਤੋਲ ਕੇ ਬੋਲਣੇ ਪੈਂਦੇ ਨੇ। ਤੁਹਾਡੀ ਕਹੀ ਹੋਈ ਗੱਲ ਬਹੁਤ ਮਾਇਨੇ ਰੱਖਦੀ ਆ, ਉਹਦੇ ਬਹੁਤ ਅਰਥ ਹੁੰਦੇ ਨੇ। ਹੁਣ ਰੁਲਦੂ ਸਿੰਘ ਹੋਰਾਂ ਬਾਰੇ ਇਹ ਗੱਲ ਕਹੀ ਆ ਕਿ ਉਹਨਾਂ ਨੇ ਸਿੱਖ ਧਰਮ ਨੂੰ ਲੈ ਕੇ ਕੁਝ ਅਜਿਹੇ ਬਿਆਨ ਦਿੱਤੇ ਨੇ ਜਿਹਦੇ ਨਾਲ ਜਿਹੜੀ ਸਿੱਖ ਕੌਮ ਆ ਜਾਂ ਸਿੱਖ ਆ, ਜਿਹੜੇ ਉਹਨਾਂ ਦੇ ਵਿੱਚ ਇੱਕ ਵਿਰੋਧਤਾ ਪਾਈ ਜਾ ਰਹੀ ਆ ਜਾਂ ਉਹਨਾਂ ਨੇ ਇਸ ਦਾ ਵਿਰੋਧ ਕੀਤਾ। ਇਸ ਕਰਕੇ ਹੁਣ ਜਿਹੜੀਆਂ ਇਹ ਸੰਯੁਕਤ ਕਿਸਾਨ ਮੋਰਚਾ ਦੇ ਜਿਹੜੇ ਆਗੂ ਆ, ਉਹਨਾਂ ਨੇ ਵੀ ਇਸ ਗੱਲ ਦਾ ਮਤਲਬ ਗੰਭੀਰਤਾ ਨਾਲ ਲਿੱਤਾ ਹੈ ਅਤੇ 15 ਦਿਨਾਂ ਵਾਸਤੇ ਉਹਨਾਂ ਨੂੰ ਸਸਪੈਂਡ ਕਰ ਦਿੱਤਾ। ਅਤੇ ਰੁਲਦੂ ਸਿੰਘ ਨੇ ਇਹ ਗੱਲ ਮੰਨ ਵੀ ਲਈ ਹੈ ਵੀ ਚਲੋ ਠੀਕ ਹੈ ਜੀ, ਉਹਨਾਂ ਦੀ ਗੱਲ ਹੋ ਗਈ। ਇਹੀ ਇੱਕ ਸਿਆਣੇ ਲੀਡਰ ਦੀ ਇਹ ਹੁੰਦੀ ਹੈ ਵੀ ਜਦੋਂ ਬਹੁਤ ਸੰਮਤੀ ਨਾਲ ਕੋਈ ਫੈਸਲਾ ਲਿੱਤਾ ਜਾਂਦਾ ਉਹਨੂੰ ਮੰਨਣਾ ਹੁੰਦਾ। ਇਸ ਤੋਂ ਪਹਿਲਾਂ ਗੁਰਨਾਮ ਸਿੰਘ ਚੜੂੰਨੀ ਹੈ ਜਿਹੜੇ, ਉਹ ਵੀ ਕਹਿ ਰਹੇ ਤੇ ਵੀ ਚੋਣਾਂ ਜਿਹੜੀਆਂ ਸਾਨੂੰ ਲੜਨੀਆਂ ਚਾਹੀਦੀਆਂ ਸਾਰੀਆਂ, ਉਹਨਾਂ ਨੂੰ ਹਲਕੇ ਇੱਕ ਹਫ਼ਤੇ ਵਾਸਤੇ ਸਸਪੈਂਡ ਕੀਤਾ, ਪਰ ਉਹਨਾਂ ਨੇ ਆਪਣੀਆਂ ਗਤੀਵਿਧੀਆਂ ਫਿਰ ਕੰਟੀਨਿਊਸ ਰੱਖੀਆਂ, ਉਹ ਬੋਲਦੇ ਰਹੇ। ਇਸ ਕਰਕੇ ਜਦੋਂ ਤੁਸੀਂ ਇੱਕ ਲੜਾਈ ਲੜ ਰਹੇ ਹੋ, ਤੁਹਾਨੂੰ ਪਤਾ ਹੈ ਵੀ ਤੁਹਾਡੀ ਸਟੇਟ ਦੇ ਖਿਲਾਫ ਤੁਸੀਂ ਲੜ ਰਹੇ ਆ, ਸਟੇਟ ਦਾ ਮਤਲਬ ਪ੍ਰਸ਼ਾਸਨ, ਪੁਲਿਸ ਪ੍ਰਸ਼ਾਸਨ, ਸਰਕਾਰ ਦੇ ਖਿਲਾਫ ਤੁਸੀਂ ਲੜਦੇ ਆ, ਤਾਂ ਤੁਹਾਨੂੰ ਲੋਕਾਂ ਦਾ ਜਿਹੜਾ ਸਹਿਯੋਗ ਆ ਉਹ ਬਹੁਤ ਲੈਣਾ ਪਵੇਗਾ। ਕਿਉਂਕਿ ਸਰਕਾਰ ਦੀ ਅੱਜ ਸਭ ਤੋਂ ਵੱਧ ਜਿਹੜਾ ਜ਼ੋਰ ਲੱਗਿਆ ਹੋਇਆ ਉਹ ਕਿਸਾਨ ਮੋਰਚੇ ਨੂੰ, ਕਿਸਾਨਾਂ ਦੇ ਅੰਦੋਲਨ ਨੂੰ ਖੇਰੂ ਕਰਨ ਵਾਸਤੇ ਲੱਗਿਆ ਹੋਇਆ। ਪਿਛਲੇ ਅਤੀਤ ਵਿੱਚ ਜੇ ਆਪਾਂ ਦੇਖੀਏ, ਕਦੇ ਤੁਹਾਨੂੰ ਇਹਨਾਂ ਨੂੰ ਅਲਗਾਵਵਾਦੀ, ਕਦੇ ਮਾਰਕਸਵਾਦੀ, ਕਦੇ ਮਾਇਓਵਾਦੀ, ਕਦੇ ਕਾਮਰੇਡ, ਕਦੇ ਖਾਲਿਸਤਾਨੀ, ਕਦੇ ਗੁੰਡੇ, ਪਤਾ ਨਹੀਂ ਕੀ ਕਿਹਾ ਗਿਆ ਅਤੇ ਹੁਣ ਵੀ ਕਿਹਾ ਜਾ ਰਿਹਾ ਹੈ। ਅਤੇ ਗੱਲ ਇਹ ਹੈ ਕਿ ਉਦੋਂ ਸਾਨੂੰ ਜਿਹੜੀਆਂ ਸਰਕਾਰ ਦੀਆਂ ਚਾਲਾਂ ਹੈ ਉਹਨਾਂ ਨੂੰ ਵੀ ਸਮਝਣਾ ਪਵੇਗਾ। ਸਰਕਾਰ ਪਹਿਲਾਂ ਹੀ ਚਾਹੁੰਦੀ ਹੈ ਕਿ ਕਿਤੇ ਨਾ ਕਿਤੇ ਇਹਦੇ ਵਿੱਚ ਗੜਬੜ ਪੈਦਾ ਹੋਵੇ, ਜਿਹੜੇ ਲੋਕ ਆ ਉਹ ਇਹਨਾਂ ਨਾਲੋਂ ਟੁੱਟਣ। ਇਹ ਸਰਕਾਰ ਦੀ ਇੱਕ ਮਨਸ਼ਾ ਹੈ, ਚਾਲਾਂ ਹੈ ਸਰਕਾਰ ਦੀਆਂ ਕਿ ਲੋਕ ਇਹਨਾਂ ਤੋਂ ਦੂਰ ਹੋਣ। ਹੁਣ ਇਸ ਸਾਰੇ ਮਾਮਲੇ ਦੇ ਵਿੱਚ ਜਦੋਂ ਅਜਿਹੀ ਗੱਲ ਆਉਂਦੀ ਆ ਤਾਂ ਸਰਕਾਰ ਨੂੰ ਇਹ ਜਿਹੜਾ ਖਾਸ ਕਰਕੇ ਜਿਹੜੀਆਂ ਸਟੇਟਾਂ ਉਹਨਾਂ ਨੂੰ, ਜਿੱਥੇ ਕਿਸਾਨ ਜਿਹੜੀਆਂ ਜਥੇਬੰਦੀਆਂ ਜਾਂ ਕਿਸਾਨ ਆਗੂ ਆ, ਉਹਨਾਂ ਨੂੰ ਸਮਝਾਉਣ ਦੇ ਯਤਨ ਕਰਨੇ ਚਾਹੀਦੇ ਆ ਜਾਂ ਉਹਨਾਂ ਦੇ ਨਾਲ ਥੋੜ੍ਹਾ ਹਲੀਮੀ ਵਾਲਾ ਰੁੱਖ ਰੱਖਣ ਦੀ ਜ਼ਰੂਰਤ ਹੈ। ਉੱਥੇ ਕਿਸਾਨ ਆਗੂਆਂ ਦਾ ਵੀ ਇਹੀ ਫਰਜ਼ ਬਣਦਾ ਹੈ ਕਿ ਉਹ ਲੋਕਾਂ ਦਾ ਪਿਆਰ, ਲੋਕਾਂ ਦਾ ਸਨੇਹ ਜਿੱਤਣ ਵਾਸਤੇ, ਲੋਕਾਂ ਦੇ ਮਨ ਜਿੱਤਣ ਵਾਸਤੇ ਅਜਿਹੇ ਕਦਮ ਚੁੱਕਣ ਜਿਹਦੇ ਨਾਲ ਉਹਨਾਂ ਦੇ ਖਿਲਾਫ ਕੋਈ ਜਿਹੜੇ ਉਹਨਾਂ ਦੇ ਸੈਂਟੀਮੈਂਟਸ ਆ ਉਹ ਹਾਹਟ ਨਾ ਹੋਣ, ਉਹਨਾਂ ਨੂੰ ਭੜਕਣ ਨਾ। ਇਸ ਕਰਕੇ ਜਿਹੜੀ ਬਿਆਨਬਾਜ਼ੀ ਕੀਤੀ ਜਾਂਦੀ ਆ ਬਹੁਤ ਨਾਪ ਤੋਲ ਕੇ ਕਰਨੀ ਚਾਹੀਦੀ ਆ। ਅਤੇ ਜਿਹੜੇ ਰੁਲਦੂ ਸਿੰਘ ਹੋਰਾਂ ਦੇ ਬਿਆਨ ਸੀਗੇ, ਕਿਤੇ ਨਾ ਕਿਤੇ ਉਹ ਇੰਨੇ ਤਿੱਖੇ ਨਹੀਂ ਸੀਗੇ ਜਿੰਨੇ ਬਹੁਤੇ ਤਿੱਖੇ ਬਣਾ ਦਿੱਤੇ ਗਏ। ਸਰ, ਆਪਾਂ ਕੁਝ ਦਿਨ ਪਹਿਲਾਂ ਇੱਕ ਖਬਰ ਦੇ ਉੱਤੇ ਵਿਚਾਰ ਚਰਚਾ ਕੀਤੀ ਸੀ ਕਿ UAPA ਧਾਰਾ ਨੂੰ ਲੈ ਕੇ ਸੁਪਰੀਮ ਕੋਰਟ ਨੇ ਜਿਹੜਾ ਇਤਰਾਜ਼ ਹੈ ਉਹ ਜਤਾਇਆ ਹੈ, ਔਰ ਹੁਣ ਸੁਪਰੀਮ ਕੋਰਟ ਦੇ 5 ਜੱਜ ਵੀ ਇਸ ਹੀ ਗੱਲ ਨੂੰ ਦੁਬਾਰਾ ਦੁਹਰਾ ਰਹੇ ਨੇ ਔਰ ਕਹਿ ਰਹੇ ਨੇ ਕਿ ਇਹ ਜਿਹੜਾ UAPA ਧਾਰਾ ਹੈ ਇਹ ਨਾਜਾਇਜ਼ ਹੈ, ਇਸ ਦੀ ਦੁਰਵਰਤੋਂ ਹੋ ਰਹੀ ਹੈ, ਇਸ ਤਰੀਕੇ ਦੇ ਨਾਲ ਇਸ ਨੂੰ ਯੂਜ਼ ਨਹੀਂ ਕਰਨਾ ਚਾਹੀਦਾ ਜਿਸ ਤਰੀਕੇ ਦੇ ਨਾਲ ਮੌਜੂਦਾ ਸਰਕਾਰ ਵੱਲੋਂ ਇਸ ਨੂੰ ਯੂਜ਼ ਕੀਤਾ ਜਾ ਰਿਹਾ ਹੈ। ਇਹ ਆਪਣਾ ਕਮਲ ਦੇਖੋ, ਜਿੰਨੀਆਂ ਵੀ ਧਾਰਾਵਾਂ ਸੋਧ ਕੀਤੇ ਜਾਂਦੇ ਨੇ ਕਾਨੂੰਨ, ਕਈ ਵਾਰੀ ਅਜਿਹੀਆਂ ਧਾਰਾਵਾਂ ਦੀ ਸਰਕਾਰ ਜੋੜ ਦਿੱਤੀਆਂ ਜਾਂਦੀਆਂ ਜਿਹਦੇ ਨਾਲ ਕਿਤੇ ਨਾ ਕਿਤੇ ਜਾ ਕੇ ਜਿਹੜੀਆਂ ਉਹ ਭਵਿੱਖ ਵਿੱਚ ਜਾਂ ਜਦੋਂ ਉਹਨਾਂ ਦੀ ਸਹੀ ਮਿਹਨਤ 'ਚ ਵਰਤੋਂ ਕੀਤੀ ਜਾਂਦੀ ਆ, ਉਹਨਾਂ ਕਾਨੂੰਨਾਂ ਦੀ ਆੜ ਹੇਠ ਜਿਹੜੀ ਧੱਕੇਸ਼ਾਹੀ ਆ ਉਹ ਵੱਧ ਜਾਂਦੀ ਆ। ਹੁਣ ਤੁਹਾਡੇ ਯਾਦ ਹੋਵੇਗਾ ਕੁਝ ਦਿਨ ਪਹਿਲਾਂ ਜਦੋਂ ਸੁਪਰੀਮ ਕੋਰਟ ਨੇ ਵੀ ਇਹ ਗੱਲ ਕਹੀ ਸੀਗੀ ਕਿ ਜਿਹੜਾ ਦੇਸ਼ ਵਿਰੋਧੀ ਐਕਟ ਆ
ਉਹ ਅੰਗਰੇਜ਼ਾਂ ਨੇ ਉਦੋਂ ਲਾਗੂ ਕੀਤਾ ਸੀਗਾ ਕਿ ਜਿਹੜੇ ਉਹਨਾਂ ਦੇ ਖਿਲਾਫ ਬੋਲਦੇ ਸੀਗੇ। ਖਾਸ ਕਰਕੇ ਉਹਨਾਂ ਨੇ ਇਹ ਉਦਾਹਰਨ ਦਿੱਤੀ ਸੀਗੀ ਕਿ ਇਹ ਐਕਟ ਕਾਨੂੰਨ ਮਹਾਤਮਾ ਗਾਂਧੀ ਸਾਡੇ ਜਿਹੜੇ ਰਾਸ਼ਟਰਪਿਤਾ ਜੀ ਆ ਉਹਨਾਂ ਨੂੰ ਹੀ ਮਤਲਬ ਮੂੰਹ ਬੰਦ ਕਰਨ ਵਾਸਤੇ, ਉਹਨਾਂ ਦੇ ਅੰਦੋਲਨ ਨੂੰ ਦਬਾਉਣ ਵਾਸਤੇ ਇਹ ਕਾਨੂੰਨ ਲੈ ਕੇ ਆਂਦਾ ਸੀਗਾ। ਅਤੇ ਸੁਪਰੀਮ ਕੋਰਟ ਨੇ ਇਹੀ ਕਹਿੰਦਾ ਕਿ ਉਹਨਾਂ ਨੂੰ ਇਸ ਜਿਹੜੇ ਐਕਟ ਆ ਉਹਦੇ ਤਹਿਤ ਗ੍ਰਿਫਤਾਰ ਵੀ ਕੀਤਾ ਗਿਆ ਮਹਾਤਮਾ ਗਾਂਧੀ ਨੂੰ। ਹੁਣ ਜਿਹੜੀ ਨਵੀਂ ਗੱਲ ਇਹ ਆ ਰਹੀ ਹੈ ਕਿ ਜਿਹੜੇ ਆਪਣੇ ਤੁਹਾਡੇ ਯਾਦ ਹੋਵੇਗਾ ਕਿ ਪਿਛਲੇ ਦਿਨਾਂ ਦੇ ਦੌਰਾਨ ਜਿਹੜੇ ਪਾਸਟਰ ਨੇ ਸਟੈਨ ਸਵਾਮੀ, ਉਹਨਾਂ ਦੀ ਜੇਲ੍ਹ ਦੇ ਵਿੱਚ ਹੀ ਮੌਤ ਹੋ ਜਾਂਦੀ ਆ, ਉਹਨਾਂ ਨੂੰ ਜ਼ਮਾਨਤ ਤੱਕ ਨਹੀਂ ਮਿਲਦੀ, ਉਹ ਜੇਲ੍ਹ ਦੇ ਵਿੱਚ ਹੀ ਖਤਮ ਹੋ ਜਾਂਦੇ ਆ। ਜਿਹੜੇ ਪਿਛਲੇ ਲੰਬੇ ਸਮੇਂ ਤੋਂ ਜਿਹੜੇ ਆਪਣੇ ਝਾਰਖੰਡ ਦੇ ਵਿੱਚ ਜਿਹੜੇ ਆਦਿਵਾਸੀ ਤੇ ਉਹਨਾਂ ਦੀ ਲੜਾਈ ਲੜ ਰਹੇ ਨੇ। ਇੱਕ ਇੰਨੀ ਉਮਰ ਦਾ ਵਿਅਕਤੀ ਜਿਹੜਾ ਸਹੀ ਮਾਇਨੇ ਦੇ ਵਿੱਚ ਆਪਣੇ ਖਾਣ ਪੀਣ ਵਾਸਤੇ ਵੀ ਜਿਹਨੂੰ ਤਰੱਦਦ ਕਰਨਾ ਪੈਂਦਾ ਹੈ ਨਾ, ਲੰਬੀ ਉਮਰ ਦੇ ਬਜ਼ੁਰਗ ਸੀਗੇ, ਓਲਡ ਏਜ ਦੇ, ਉਹਨਾਂ ਦੇ ਖਿਲਾਫ ਵੀ ਅਨਲਾਫੁਲ ਐਕਟੀਵਿਟੀ ਅਤੇ ਦੇਸ਼ ਧਰੋਹ ਦੀਆਂ ਜਿਹੜੀਆਂ ਧਾਰਾਵਾਂ ਲਾ ਕੇ ਉਹਨਾਂ ਨੂੰ ਜੇਲ੍ਹ ਦੇ ਵਿੱਚ ਬੰਦ ਕਰ ਦਿੱਤਾ ਗਿਆ। ਅਤੇ ਉਸ ਨੂੰ ਲੈ ਕੇ ਹੁਣ ਜਿਹੜੀਆਂ ਮਨੁੱਖੀ ਅਧਿਕਾਰਾਂ ਦੇ ਉਲੰਘਣਾਂ ਦੀਆਂ ਜਿਹੜੀਆਂ ਰਿਪੋਰਟਾਂ ਉਹ ਸਾਹਮਣੇ ਆ ਰਹੀਆਂ ਨੇ, ਇੰਟਰਨੈਸ਼ਨਲ ਪੱਧਰ ਪਰ ਵੀ ਚਰਚਾ ਹੋ ਗਈ। ਹੁਣ ਜਿਹੜੇ ਸੁਪਰੀਮ ਕੋਰਟ ਦੇ 5 ਸਾਬਕਾ ਜੱਜ ਨੇ, ਇੱਕ ਮਿਸਟਰ ਅਫਤਾਬ ਨੇ, ਇੱਕ ਦੀਪਕ ਗੁਪਤਾ ਨੇ, ਹੋਰ ਨੇ, ਉਹ 5 ਜੱਜਾਂ ਨੇ ਇਹ ਜਿਹੀ ਟਿੱਪਣੀ ਕੀਤੀ ਹੈ ਕਿ ਜਿਹੜਾ ਅਨਲਾਫੁਲ ਐਕਟੀਵਿਟੀ ਐਕਟ ਆ ਇਹਦੀ ਵੱਡੇ ਪੱਧਰ 'ਤੇ ਦੁਰਵਰਤੋਂ ਹੋ ਰਹੀ ਆ। ਇਹ ਗੱਲਾਂ ਭਾਵੇਂ ਕਿ ਆਪਾਂ ਪਹਿਲਾਂ ਵੀ ਗੱਲ ਕਰਦੇ ਆ ਰਹੇ ਨੇ, ਜਦੋਂ ਜਿਹੜੀ ਆਪਣੀ JNU ਆ ਉਹਦੇ ਵਿੱਚ ਤੁਹਾਡੇ ਕਨ੍ਹਈਆ ਕੁਮਾਰ ਹੋ ਗਏ, ਹੋਰ JNU ਦੇ ਜਿਹੜੇ ਵਿਦਿਆਰਥੀ ਆਗੂ ਤੇ ਉਹਨਾਂ ਪਰ ਪੁਲਿਸ ਨੇ ਪਰਚੇ ਦਰਜ ਕੀਤੇ, ਇਸ ਤਰ੍ਹਾਂ ਦੇ ਕੇਸ ਧਾਰਾਵਾਂ ਲਾ ਕੇ, ਸਖਤ ਧਾਰਾਵਾਂ ਲਾ ਕੇ। ਉਹਦੇ ਬਾਰੇ ਇਹ ਗੱਲ ਕਹੀ ਆ ਹੁਣ 5 ਜੱਜਾਂ ਨੇ ਕਿ ਇਹ ਕਾਨੂੰਨ ਆ ਜਿਹੜੇ ਖਤਮ ਹੋ ਜਾਣੇ ਚਾਹੀਦੇ ਆ, ਕਿ ਸਰਕਾਰਾਂ ਜਿਹੜੀਆਂ ਇਹਨਾਂ ਕਾਨੂੰਨਾਂ ਦੀ ਵਰਤੋਂ ਆ ਜਿਹੜੇ ਕਿ ਆਪਣੇ ਜਿਹੜੇ ਵਿਰੋਧੀ ਨੇ ਜਾਂ ਸਰਕਾਰ ਦੇ ਖਿਲਾਫ ਆਵਾਜ਼ਾਂ ਚੁੱਕਣ ਵਾਲੇ ਲੋਕ ਨੇ ਉਹਨਾਂ ਦਾ ਮੂੰਹ ਬੰਦ ਕਰਨ ਵਾਸਤੇ ਇਹ ਐਕਟ ਆ ਜਿਹੜਾ ਜਾਂ ਇਹ ਧਾਰਾਵਾਂ ਇਹ ਲਾਈਆਂ ਜਾਂਦੀਆਂ। ਇੱਕ ਜੱਜ ਦਾ ਇਹਨੇ ਉਹ ਵੀ ਟਿੱਪਣੀ ਕੀਤੀ ਹੈ ਕਿ ਉਹਦੇ ਜਦੋਂ ਕਾਨੂੰਨ ਲੱਗਦਾ ਜਾਂ ਉਹਦੇ ਵਿੱਚ ਹੁੰਦਾ, ਇਹਦੇ ਵਿੱਚ ਇੱਕ ਜਿਹੜਾ ਮੁਆਵਜ਼ੇ ਦਾ ਪ੍ਰਾਵਧਾਨ ਆ ਜਿਹੜਾ ਉਹ ਵੀ ਹੋਣਾ ਚਾਹੀਦਾ। ਵੀ ਉਦਾਹਰਨ ਦੇ ਤੌਰ 'ਤੇ ਤੁਸੀਂ ਇੱਕ ਵਿਅਕਤੀ ਨੂੰ ਪਰਚਾ ਦਰਜ ਕਰਕੇ ਅਨਲਾਫੁਲੀ ਐਕਟੀਵਿਟੀ ਲਾ ਕੇ ਜਾਂ ਦੇਸ਼ ਧਰੋਹ ਦਾ ਕਰਕੇ ਬਿਨਾਂ ਕੋਈ ਸਬੂਤਾਂ 'ਤੇ ਉਹਨੂੰ ਜੇਲ੍ਹਾਂ ਦੇ ਪਿੱਛੇ ਭੇਜ ਦਿੰਦੇ ਆ। ਉਹ ਉੱਥੇ 5 ਸਾਲ 2 ਸਾਲ 3 ਸਾਲ 10 ਸਾਲ ਜੇਲ੍ਹਾਂ ਦੇ ਪਿੱਛੇ ਲੜਦਾ ਰਹਿੰਦਾ। ਬਾਅਦ 'ਚੋਂ ਸਰਕਾਰਾਂ ਜਿਹੜੀਆਂ ਕਹਿ ਦਿੰਦੀਆਂ ਕਿ ਸਾਡੇ ਕੋਲ ਇਹਨਾਂ ਦੇ ਖਿਲਾਫ ਕੋਈ ਸਬੂਤ ਨਹੀਂ ਹੈ ਜਾਂ ਕੁਝ ਨਹੀਂ, ਜਾਂ ਸਬੂਤਾਂ ਦੇ ਅਭਾਵ ਦੇ ਕਾਰਨ ਉਹ ਬਰੀ ਹੋ ਜਾਂਦੇ ਆ। ਤਾਂ ਉਸ ਵਿਅਕਤੀ ਦਾ ਜਿਹੜੇ ਆਗੂ ਨੇ ਜਾਂ ਵਿਅਕਤੀ ਨੇ ਜਾਂ ਲੋਕ ਨੇ ਉਹਨਾਂ ਦਾ ਕਿਆ ਕਸੂਰ ਹੈ ਕਿ ਉਹ 8-8 ਸਾਲ 10-10 ਸਾਲ 2-2 ਸਾਲ 12-12 ਸਾਲ ਬਿਨਾਂ ਕੁਝ ਕੀਤਿਆਂ, ਬਿਨਾਂ ਉਹਨਾਂ ਵੱਲੋਂ ਕੋਈ ਕਾਰਵਾਈ ਕੀਤਿਆਂ ਉਹ ਜੇਲ੍ਹਾਂ ਦੇ ਵਿੱਚ ਰਹਿ ਕੇ ਸਜ਼ਾ ਭੁਗਤ ਲੈਂਦੇ ਆ। ਵੀ ਫਿਰ ਉਹਨਾਂ ਨੂੰ ਮੁਆਵਜ਼ਾ ਦੇਣ ਵਾਲੇ ਪਾਸੇ ਦਾ ਵੀ ਪ੍ਰਾਵਧਾਨ ਹੋਣਾ ਚਾਹੀਦਾ ਤਾਂ ਕਿ ਉਹਨਾਂ ਦੀ ਉਹਦੇ ਵਿੱਚ ਕੋਈ ਨਾ ਕੋਈ ਐਵਜੀ ਦੇ ਵਿੱਚ ਕੁਝ ਉਹਨਾਂ ਦਾ ਜਿਹੜੀ ਨੁਕਸਾਨ ਹੋਇਆ ਉਹਦੀ ਭਰਪਾਈ ਕੀਤੀ ਜਾਵੇ। ਕਿਉਂਕਿ ਬੰਦਾ ਜਦੋਂ ਜੇਲ੍ਹਾਂ ਦੇ ਵਿੱਚ ਰਹਿ ਕੇ ਆਉਂਦਾ 7-8 ਸਾਲ ਜਾਂ 2 ਸਾਲ ਜਿੰਨੀ ਵੀ ਹੁੰਦਾ, ਤਾਂ ਉਹ ਬਾਹਰ ਆ ਕੇ ਉਹ ਕੰਮ ਕਰਨ ਜੋਗਾ ਨਹੀਂ ਰਹਿੰਦਾ। ਖਾਸ ਕਰਕੇ ਜਦੋਂ ਬੰਦਾ ਆਪਣੀ ਜਵਾਨੀ ਆ ਜਿਹੜੀ ਜੇਲ੍ਹਾਂ ਦੇ ਵਿੱਚ ਗਵਾ ਦਿੰਦਾ ਤਾਂ ਉਹ ਬਿਰਧ ਅਵਸਥਾ ਦੇ ਵਿੱਚ ਵੀ ਬਾਹਰ ਆ ਜਾਵੇ ਤਾਂ ਉਹ ਕਿਸੇ ਕੰਮਕਾਰ ਜੋਗਾ ਨਹੀਂ ਰਹਿੰਦਾ। ਅਤੇ ਨਾਲ ਇੱਕ ਇਹ ਵੀ ਆ ਕਿ ਜਿਹੜੇ ਲੋਕ ਝੂਠੇ ਪੁਲਿਸ ਕੇਸ ਦਰਜ ਕਰਦੇ ਨੇ ਉਹਨਾਂ ਅਫਸਰਾਂ ਦੇ ਖਿਲਾਫ ਵੀ ਕੋਈ ਨਾ ਕੋਈ ਸਜ਼ਾ ਦਾ ਪ੍ਰਾਵਧਾਨ ਆ ਜਿਹੜਾ ਹੋਣਾ ਚਾਹੀਦਾ ਹੈ। ਕਿ ਜਦੋਂ ਇਹ ਜਿਹੜੇ ਮੈਨੂੰ ਲੱਗਦਾ ਕਿ ਜਿਹੜੀਆਂ ਜੱਜ ਨੇ, ਜਿਹੜੀਆਂ ਵੀ ਅਦਾਲਤਾਂ ਨੇ, ਜਦੋਂ ਇਹ ਫੈਸਲਾ ਕਰਦੀਆਂ ਏ ਤਾਂ ਉਹਨਾਂ ਨੂੰ ਇਹ ਆਪਣੇ ਫੈਸਲੇ ਦੇ ਵਿੱਚ ਇਹ ਟਿੱਪਣੀ ਕਰਨੀ ਚਾਹੀਦੀ ਹੈ ਕਿ ਇਹਨਾਂ ਦੇ ਖਿਲਾਫ ਵੀ ਕੋਈ ਸਬੂਤ ਨਹੀਂ ਅਤੇ ਉਹਨੂੰ ਬਰੀ ਕੀਤਾ ਜਾਂਦਾ ਹੈ। ਕਿ ਜਿਹੜੇ ਅਧਿਕਾਰੀ ਨੇ ਜਾਂ IO ਨੇ ਉਹਨਾਂ ਨੂੰ ਝੂਠੇ ਕੇਸ 'ਚ ਫਸਾਇਆ, ਉਹਨਾਂ ਦੇ ਖਿਲਾਫ ਕੋਈ ਨਾ ਕੋਈ ਕਾਰਵਾਈ ਜ਼ਰੂਰ ਹੋਣੀ ਚਾਹੀਦੀ ਆ। ਇਹਦੇ ਨਾਲ ਫਿਰ ਕੀ ਹੋਵੇਗਾ ਕਿ ਜਿਹੜੇ ਅਧਿਕਾਰੀ ਨੇ ਉਹ ਆਪਣੇ ਸਿਆਸੀ ਅਕਾਵਾਂ ਨੂੰ ਖੁਸ਼ ਕਰਨ ਵਾਸਤੇ ਜਾਂ ਉਹਨਾਂ ਦੇ ਕਹਿਣ ਦੇ ਉੱਤੇ ਜਾਣੀ ਕਿ ਝੂਠੇ ਕੇਸ ਦਰਜ ਕਰਨੇ ਬੰਦ ਕਰ ਦੇਣਗੇ ਜਾਂ ਘੱਟ ਹੋ ਜਾਊਗਾ। ਫਿਰ ਕਿਤੇ ਨਾ ਕਿਤੇ ਜਿਹੜੀਆਂ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੋ ਰਹੀ ਆ ਜਾਂ ਝੂਠੇ ਕੇਸ ਦਰਜ ਕੀਤੇ ਜਾਂਦੇ ਨੇ ਫਿਰ ਉਹ ਬੰਦ ਹੋ ਜਾਂਦੇ ਆ। ਹੁਣ ਮੈਂ ਤੁਹਾਨੂੰ ਕੱਲ੍ਹ ਦੀ ਉਦਾਹਰਨ ਦਿੰਦਾ। ਇੱਕ ਕਿਸਾਨਾਂ ਨੇ ਕਿਸੇ ਆਗੂਆਂ ਦਾ ਉੱਥੇ ਚਮਕੌਰ ਸਾਹਿਬ ਦੇ ਵਿੱਚ ਜਿਹੜੇ ਨਵੇਂ ਬਣੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਅਤੇ ਸਾਡੇ ਜਿਹੜੇ ਉੱਥੇ ਕਾਰਜਕਾਰੀ ਪ੍ਰਧਾਨ ਕੁਲਜੀਤ ਨਾਗਰਾ, ਚਰਨਜੀਤ ਸਿੰਘ ਚੰਨੀ ਹੁਣੀ ਚਮਕੌਰ ਸਾਹਿਬ ਮਰਿੰਡੇ ਗਏ। ਉੱਥੇ ਕਿਸਾਨਾਂ ਨੇ ਘਿਰਾਓ ਕੀਤਾ। ਉੱਥੇ ਤਖਤ ਆਪਣਾ ਕਤਲਗੜ੍ਹ ਗੁਰਦੁਆਰਾ ਜਿਹੜਾ
ਉੱਥੇ ਮੱਥਾ ਟੇਕਿਆ ਉਹਨਾਂ ਨੇ, ਉੱਥੇ ਕਿਸਾਨਾਂ ਨੇ ਮੁਰਦਾਬਾਦ ਦੇ ਨਾਅਰੇ ਲਾਏ ਜਾਂ ਕਾਲੀਆਂ ਝੰਡੀਆਂ ਕੁਝ ਵੀ ਕੀਤਾ। ਉੱਥੇ ਉਹਨਾਂ ਪਰ ਅਟੈਕ ਹੋਇਆ ਆਗੂਆਂ ਪਰ, ਨਵਜੋਤ ਸਿੱਧੂ, ਚਰਨਜੀਤ ਚੰਨੀ ਜਾਂ ਕੁਲਜੀਤ ਨਾਗਰਾ ਪਰ ਪਤਾ ਨਹੀਂ। ਪਰ ਇੱਕ ਵਾਰੀ ਪੁਲਿਸ ਨੇ ਕਾਂਗਰਸੀ ਆਗੂਆਂ ਦੇ ਕਹਿਣ 'ਤੇ ਉਹ ਕਿਸਾਨਾਂ ਪਰ ਪਰਚਾ ਦਰਜ ਕਰਤਾ। ਇੱਕ ਦਿਨ ਪਰਚਾ ਦਰਜ ਹੋਇਆ, FIR ਕੱਟ ਗਈ, ਅਤੇ ਦੂਜੇ ਦਿਨੇ ਸਾਡੇ ਜਿਹੜੇ ਮੰਤਰੀ ਸਾਹਿਬ ਆ ਉਹਨਾਂ ਨੇ DSP ਨੂੰ, ਚਮਕੌਰ ਸਾਹਿਬ ਨੂੰ, SHO ਨੂੰ ਚਿੱਠੀ ਲਿਖਤੀ ਕਿ ਇਹਨਾਂ ਦੇ ਖਿਲਾਫ ਕੋਈ ਕਾਰਵਾਈ ਨਾ ਕੀਤਾ ਜਾਵੇ, ਕੈਂਸਲ ਜਿਹੜਾ ਪਰਚਾ ਰੱਦ ਕਰ ਦਿੱਤਾ ਜਾਵੇ। ਇੱਕ ਵਾਰੀ ਦਾ ਤੁਸੀਂ ਰਿਕਾਰਡ ਦੇ ਵਿੱਚ ਉਹਨਾਂ ਬੰਦਿਆਂ ਦਾ ਲੈ ਕੇ ਆਂਦਾ, ਅਤੇ ਇਸ ਤਰ੍ਹਾਂ ਬਹੁਤ ਸਾਰੇ ਜਿਹੜੇ ਆਪਣੇ ਵਿਰੋਧੀ ਹੁੰਦੇ ਨੇ, ਸਰਕਾਰਾਂ ਦੇ ਖਿਲਾਫ ਬੋਲਦੇ ਨੇ ਜਾਂ ਮੰਤਰੀਆਂ ਦੇ ਖਿਲਾਫ ਬੋਲਦੇ ਨੇ, MLA ਦੇ ਖਿਲਾਫ ਬੋਲਦੇ ਨੇ, ਤਾਂ ਜਿਹੜੇ ਉਹ ਸੱਤਾ ਧਿਰ ਦੇ ਵਿੱਚ ਕਾਬਜ਼ ਲੋਕ ਬੈਠੇ ਨੇ, ਆਪਣੇ ਵਿਰੋਧੀਆਂ ਦੇ ਮੂੰਹ ਬੰਦ ਕਰਨ ਲਈ ਕਈ ਤਰ੍ਹਾਂ ਦੇ ਜਿਹੜੇ ਮਾਮਲੇ ਆ ਉਹ ਦਰਜ ਕਰਾ ਦਿੰਦੇ ਆ, ਬਾਅਦ 'ਚੋਂ ਫਿਰ ਉਹ ਵਾਪਸ ਕਰਾਉਂਦੇ ਨੇ। ਇੱਦਾਂ ਹੀ ਪਿਛਲੇ ਦਿਨਾਂ ਦੌਰਾਨ ਜਦੋਂ ਆਪਾਂ ਸੁਪਰੀਮ ਕੋਰਟ ਦੀ ਗੱਲ ਕਰਦੇ ਆ, ਜਾਂ ਜਿਹੜੇ ਕਈ ਸੂਬਿਆਂ ਦੀਆਂ ਸਰਕਾਰਾਂ ਨੇ ਜਦੋਂ ਕੇਸ ਜਿਹੜੇ ਰੱਦ ਹੋਏ ਸੀਗੇ, ਤਾਂ ਇਸ ਕਰਕੇ ਵਿਡਰਾ ਕਰ ਲਏ ਸੀਗੇ ਕਿ ਉਹਨਾਂ ਦੇ ਖਿਲਾਫ ਸਾਨੂੰ ਕੋਈ ਕਾਰਵਾਈ ਨਹੀਂ ਮਿਲੀ, ਉਹਨਾਂ ਦੇ ਖਿਲਾਫ ਕੋਈ ਸਬੂਤ ਨਹੀਂ ਮਿਲੇ, ਸਰਕਾਰ ਨੇ ਉਹਨਾਂ ਨੂੰ ਇੱਕ ਤਰ੍ਹਾਂ ਦਾ ਬਰੀ ਕਰਤਾ, ਜੇਲ੍ਹਾਂ 'ਚੋਂ ਰਿਹਾ ਕਰ ਦਿੱਤਾ ਗਿਆ। ਪਰ ਹੁਣ ਸਵਾਲ ਇਹ ਪੈਦਾ ਹੁੰਦਾ ਕਿ ਜਿਹੜੇ ਉਹ ਲੋਕਾਂ ਨੂੰ ਤੁਸੀਂ ਉਦੋਂ ਗ੍ਰਿਫਤਾਰ ਕੀਤਾ ਸੀਗਾ, ਫਿਰ ਉਹਨਾਂ ਨੂੰ ਕਿਸ ਮਕਸਦ ਵਾਸਤੇ ਕੀਤਾ ਸੀਗਾ, ਕਿਉਂ ਕੀਤਾ ਸੀਗਾ ਗ੍ਰਿਫਤਾਰ ਤੁਸੀਂ? ਜਿਹੜੇ ਉਹ ਬੰਦੇ ਜੇਲ੍ਹਾਂ ਦੇ ਵਿੱਚ ਰਹਿ ਕੇ ਆਏ ਨੇ, ਬਿਨਾਂ ਕੋਈ ਉਹਨਾਂ ਨੇ ਕ੍ਰਾਈਮ ਕੀਤੇ ਆ, ਤੁਸੀਂ ਜੇਲ੍ਹਾਂ ਦੇ ਵਿੱਚ ਬੰਦ ਕਰ ਦਿੱਤੇ। ਇਸ ਕਰਕੇ ਵਾਰ-ਵਾਰ ਜਿਹੜੀਆਂ ਮਨੁੱਖੀ ਅਧਿਕਾਰਾਂ ਦਾ ਜਿਹੜੀਆਂ ਪੰਜਾਬ ਦੇ ਵਿੱਚ ਹਨਨ ਹੋਣ ਦਾ ਜਾਂ ਦੇਸ਼ ਦੇ ਵਿੱਚ ਇਹ ਵੀ ਮਨੁੱਖੀ ਅਧਿਕਾਰਾਂ ਦੀ ਵੱਡੇ ਪੱਧਰ 'ਤੇ ਉਲੰਘਣਾ ਹੋ ਰਹੀ ਆ, ਉਹਦੀ ਆਵਾਜ਼ ਉੱਠਦੀ ਆ ਰਹੀ ਆ। ਇਸ ਕਰਕੇ ਸਾਰੀਆਂ ਧਿਰਾਂ ਨੂੰ ਜਦੋਂ ਕਾਨੂੰਨ ਬਣਾਏ ਜਾਂਦੇ ਆ, ਉਹਨਾਂ ਨੂੰ ਗੰਭੀਰਤਾ ਦੇ ਨਾਲ ਲੈਣ ਦੀ ਜ਼ਰੂਰਤ ਆ। ਅਜਿਹੇ ਕਾਨੂੰਨ ਬਣਨ ਦੀ ਜ਼ਰੂਰਤ ਆ ਜਿਹਦੇ ਨਾਲ ਇਹ ਜਿਹੜੇ ਦੋਸ਼ੀ ਆ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਵੀ ਹੋ ਸਕੇ, ਜਿਹੜੇ ਦੂਸਰੇ ਨੇ ਬੇਗੁਨਾਹ ਲੋਕ ਨੇ ਉਹਨਾਂ ਨੂੰ ਝੂਠੇ ਕੇਸਾਂ ਵਿੱਚ ਫਸਾ ਕੇ ਅੰਦਰ ਵੀ ਨਾ ਕੀਤਾ ਜਾ ਸਕੇ। ਇਹਨਾਂ ਦੇ ਵਿੱਚ ਬਹੁਤ ਸੋਧ ਕਰਨ ਦੀ ਜ਼ਰੂਰਤ ਹੈ। ਜਿਵੇਂ ਕਿ ਪਹਿਲਾਂ ਮਕੌਕਾ ਤਾਂ ਸੀਗਾ, ਮਹਾਰਾਸ਼ਟਰ ਸਰਕਾਰ ਨੇ ਮਕੌਕਾ ਕਾਨੂੰਨ ਲੈ ਕੇ ਆਂਦਾ, ਉਹਦੇ ਵਿੱਚ ਕਿਆ ਹੋਇਆ, ਬਹੁਤ ਸਖਤ ਕਾਨੂੰਨ ਸੀਗਾ, ਛੇਤੀ ਉਹਦੀ ਜ਼ਮਾਨਤ ਨਹੀਂ ਤੀ ਹੁੰਦੀ, ਕਈ ਮਹੀਨੇ ਬੰਦਾ ਜੇਲ੍ਹਾਂ 'ਚ ਖੋ ਰਹਿੰਦਾ। ਫਿਰ ਪੰਜਾਬ ਸਰਕਾਰ ਉਹਦੀ ਤਰਜ਼ ਪਰ ਮਕੌਕਾ ਲਿਆਉਣ ਦੀ ਕਰਕੇ ਰੱਖੇ। ਅਤੇ ਇੱਦਾਂ ਹੀ ਇੱਕ ਜਦੋਂ ਪੰਜਾਬ ਦੇ ਵਿੱਚ ਅੱਤਵਾਦ ਦਾ ਜਿਹੜਾ ਸਿਖਰ ਜ਼ੋਰਾਂ ਪਰ ਸੀਗਾ, ਉਹ ਉਦੋਂ ਵੀ ਸਰਕਾਰ ਆ ਜਿਹੜੀ ਕਾਨੂੰਨ ਜਿਹੜੀਆਂ ਬਹੁਤ ਸਖਤ ਲੈ ਕੇ ਆਈ, ਜਿਹਦੇ ਨਾਲ ਜ਼ਮਾਨਤਾਂ ਜਿਹੜੀਆਂ ਉਹ ਨਹੀਂ ਹੋ ਸਕੀਆਂ। ਬਹੁਤ ਲੋਕ ਆ ਜਿਹੜੇ ਅੰਦਰ ਬੈਠੇ ਰਹੇ 20 ਸਾਲ 25 ਸਾਲ ਆ ਜਿਹੜੇ ਉਹ ਹੋ ਗਏ। ਫਿਰ ਬਾਅਦ 'ਚ 25 ਸਾਲ ਬਾਅਦ ਸਰਕਾਰ ਨੇ ਇੱਕ ਕੇਸ ਆ ਜਿਹੜਾ ਉਹ ਵਾਪਸ ਵੀ ਲੈ ਲਿਆ। ਅਤੇ ਕਿਤੇ ਨਾ ਕਿਤੇ ਕੀ ਹੋਇਆ ਕਿ ਉਹ ਕੇਸ ਪੈਂਡਿੰਗ ਜਿਹੜੀਆਂ ਉਹ FIR ਤੀਆਂ ਉਹ ਦਰਜ ਹੋਈਆਂ, ਕੋਈ ਉਹ ਕੇਸ ਸੁਣੇ, ਸਪੈਸ਼ਲ ਅਦਾਲਤਾਂ ਜਿਹੜੀਆਂ ਲਾਉਣੀਆਂ ਪਈਆਂ। ਲੋਕ ਆ ਜਿਹੜੇ ਬਿਨਾਂ ਕਸੂਰ ਕੀਤੇ ਆ ਉਹ ਜੇਲ੍ਹਾਂ ਦੇ ਵਿੱਚ ਭੁਗਤ ਰਹੇ, ਬੰਦਿਆਂ ਦੀਆਂ ਜਵਾਨੀਆਂ ਜਿਹੜੀਆਂ ਉਹ ਖਰਾਬ ਹੋਈਆਂ। ਇਸ ਕਰਕੇ ਜਿਵੇਂ ਉਹ ਸੁਪਰੀਮ ਕੋਰਟ ਦੇ 5 ਜੱਜਾਂ ਨੇ ਉਹ ਕੀਤਾ ਹੈ, ਤਾਂ ਜਿਹੜੇ ਹੋਰ ਸਾਡੇ ਜ਼ਿਲ੍ਹੇ ਪੱਧਰ ਦੇ, ਆਪਣੇ ਤਹਿਸੀਲ ਪੱਧਰ ਦੇ, ਹਾਈ ਕੋਰਟ ਦਾ, ਉਹਨਾਂ ਜੱਜਾਂ ਨੂੰ ਇਸ ਮਾਮਲੇ ਦੇ ਵਿੱਚ ਸਖਤ ਰੁਖ ਅਪਣਾਉਣ ਦੀ ਜ਼ਰੂਰਤ ਆ। ਉਹਨਾਂ ਨੂੰ ਜਿੱਥੇ ਲੱਗਦਾ ਹੈ ਕਿ ਧੱਕਾ ਹੋ ਰਿਹਾ ਲੋਕਾਂ ਦੇ ਨਾਲ, ਇਸ ਕਾਨੂੰਨ ਦੀ ਦੁਰਵਰਤੋਂ ਹੋ ਰਹੀ ਆ, ਤਾਂ ਉਹਨਾਂ ਨੂੰ ਪੁਲਿਸ ਨੂੰ ਜਿੱਥੇ ਫਟਕਾਰ ਲਾਉਣੀ ਚਾਹੀਦੀ ਆ, ਅਤੇ ਉੱਥੇ ਉਹਨਾਂ ਨੂੰ ਜਿਹੜੀਆਂ ਜ਼ਮਾਨਤਾਂ ਉਹਦੇ ਵਿੱਚ ਵੀ ਜ਼ਮਾਨਤਾਂ ਜਿਹੜੀਆਂ ਦੇਣੀਆਂ ਚਾਹੀਦੀਆਂ। ਖਾਸ ਕਰਕੇ ਜਦੋਂ ਉਹਨਾਂ ਨੂੰ ਇਸ ਕਲੀਅਰ ਹੋ ਜਾਂਦਾ ਕਿ ਇਹ ਜਿਹੜੇ ਲੋਕ ਨੇ, ਆਗੂ ਨੇ, ਇਹ ਆਪਣੇ ਸਮਾਜ ਦੇ ਹਿੱਤਾਂ ਵਾਸਤੇ, ਲੋਕਾਂ ਦੇ ਹਿੱਤਾਂ ਵਾਸਤੇ, ਇੱਕ ਜਿਹੜੇ ਪਿਛੜੇ ਹੋਏ ਲੋਕ ਨੇ ਜਾਂ ਨਿਮਾਣੇ ਨਤਾਣੇ ਲੋਕ ਨੇ, ਉਹਨਾਂ ਦੇ ਹੱਕਾਂ ਦੀ ਆਵਾਜ਼ ਉਠਾ ਰਹੇ ਨੇ, ਕਾਨੂੰਨ ਨੂੰ ਲਾਗੂ ਕਰਨ ਦੀ ਗੱਲ ਕਰ ਰਹੇ ਨੇ, ਤਾਂ ਉਹਨਾਂ ਦੀ ਮਦਦ ਵਾਸਤੇ ਜਿਹੜੇ ਸਾਡੇ ਜੱਜ ਸਾਹਿਬਾਨ ਨੇ, ਚਾਹੇ ਸੁਪਰੀਮ ਕੋਰਟ ਆ ਚਾਹੇ ਹਾਈ ਕੋਰਟ ਆ, ਉਹਨਾਂ ਨੂੰ ਖੁੱਲ੍ਹ ਦਿਲੀ ਨਾਲ ਉਹਨਾਂ ਦੀ ਮਦਦ ਕਰਨੀ ਚਾਹੀਦੀ ਆ। ਅਤੇ ਇਹ ਨਾ ਹੋਵੇ ਵੀ ਸਾਡੇ ਜਿਵੇਂ ਪਾਦਰੀ ਸਟੇਨ ਸਵਾਮੀ ਆ ਜਿਹੜਾ, ਉਹਨੂੰ ਫੈਸਲਾ ਦੇਣ ਲੱਗੇ ਵੀ ਉਹਨਾਂ ਨੂੰ ਚਾਹ ਪੀਣ ਵਾਸਤੇ ਜਾਂ ਦੁੱਧ ਪੀਣ ਵਾਸਤੇ, ਪਾਣੀ ਪੀਣ ਵਾਸਤੇ ਵੀ ਉਹਨੂੰ ਪਾਈਪ ਦੇਣੀ ਹੈ ਕਿ ਨਹੀਂ ਦੇਣੀ, ਇਹ ਡਿਸੀਜਨ ਲੈਣ ਵਾਸਤੇ ਵੀ ਉਹਨੂੰ 2 ਮਹੀਨੇ ਦਾ ਤਰੀਕ ਪਾ ਦਿੱਤੀ ਗਈ ਸੀ। ਇਹ ਫੈਸਲੇ ਲੈਣ ਵਾਸਤੇ, ਤਰੀਕਾਂ ਲੈਣ ਵਾਸਤੇ ਸਾਡੇ ਜਿਹੜੇ ਜੱਜ ਸਾਹਿਬਾਨ ਆ ਨਾ, ਉਹਨਾਂ ਨੂੰ ਵੀ ਕਈ ਮਾਮਲਿਆਂ ਦੇ ਵਿੱਚ ਤੁਰੰਤ ਡਿਸੀਜਨ ਲੈਣੇ ਚਾਹੀਦੇ ਆ। ਪੁਲਿਸ ਦੇ ਕਹਿਣ 'ਤੇ, ਮਤਲਬ ਸਟੇਟ ਦੇ ਕਹਿਣ 'ਤੇ ਇਹ ਨਹੀਂ ਵੀ ਤਰੀਕ ਪਰ ਤਰੀਕ ਦਿੱਤੀ ਜਾਵੇ। ਘੱਟੋ ਘੱਟ ਜਿੱਥੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੋ ਰਹੀ ਆ, ਉੱਥੇ ਜੱਜ ਸਾਹਿਬਾਨ ਦਾ ਸਭ ਤੋਂ ਵੱਡਾ ਫਰਜ਼ ਬਣਦਾ ਹੈ ਕਿ ਉਹ ਇਹਨਾਂ ਜਿਹੜੇ ਲੋਕ ਨੇ ਉਹਨਾਂ ਦੇ ਹੱਕ ਅਧਿਕਾਰਾਂ ਦੀ ਰਾਖੀ ਕਰਨ ਲਈ ਜਾਂ ਮਨੁੱਖੀ ਅਧਿਕਾਰਾਂ ਦੀ ਰਾਖੀ ਕਰਨ ਲਈ ਉਹਨਾਂ ਦਾ ਸਹਿਯੋਗ ਕਰਨ ਅਤੇ ਅੱਗੇ ਆਉਣ।
ਬਹੁਤ ਸ਼ੁਕਰੀਆ ਸਾਡੇ ਨਾਲ ਜੁੜਨ ਲਈ। ਇਸ ਨੂੰ ਸਾਡੇ ਨਾਲ ਸੀਨੀਅਰ ਪੱਤਰਕਾਰ ਜੈ ਸਿੰਘ ਛਿੱਬਰ ਜਿਨ੍ਹਾਂ ਦੇ ਨਾਲ ਅਸੀਂ ਗੱਲਬਾਤ ਕੀਤੀ ਕਿ ਇੱਕ ਪਾਸੇ ਮੌਨਸੂਨ ਇਜਲਾਸ ਸੰਸਦ ਦੇ ਵਿੱਚ ਚੱਲ ਰਿਹਾ ਹੈ, ਇੱਕ ਪਾਸੇ ਖੇਤੀ ਕਾਨੂੰਨਾਂ ਦਾ ਵਿਰੋਧ ਚੱਲ ਰਿਹਾ ਹੈ, ਇੱਕ ਪਾਸੇ ਕਿਸਾਨ ਸੰਸਦ ਲੱਗੀ ਹੋਈ ਹੈ ਤੇ ਦੂਜੇ ਪਾਸੇ ਬਿਜਲੀ ਸੋਧ ਕਾਨੂੰਨ ਜਿਸ ਦਾ ਵਿਰੋਧ ਕਿਸਾਨ ਆਗੂਆਂ ਦੇ ਵੱਲੋਂ ਕੀਤਾ ਜਾ ਰਿਹਾ ਹੈ, ਉਹੀ ਕਾਨੂੰਨ ਦੁਬਾਰਾ ਲਾਗੂ ਕਰਨ ਦੀ ਜਿਹੜੀ ਤਿਆਰੀ ਹੈ ਇਸ ਮੌਨਸੂਨ ਇਜਲਾਸ ਦੇ ਵਿੱਚ ਕਰ ਲਈ ਗਈ ਹੈ। ਔਰ ਨਾਲ ਹੀ ਗੱਲਬਾਤ ਕੀਤੀ ਹੈ ਕਿ UAPA ਜਾਨੀ ਕਿ ਦੇਸ਼ ਧਰੋਹ ਦੀ ਧਾਰਾ ਸੁਪਰੀਮ ਕੋਰਟ ਨੂੰ ਖਟਕਣ ਲੱਗੀ ਹੈ। ਸੁਪਰੀਮ ਕੋਰਟ ਲਗਾਤਾਰ ਇਸ ਧਾਰਾ ਨੂੰ ਲੈ ਕੇ ਜਿਹੜੇ ਸਵਾਲ ਨੇ ਉਹ ਖੜੇ ਕਰ ਰਹੀ ਹੈ ਔਰ ਸੁਪਰੀਮ ਕੋਰਟ ਦੇ 5 ਜੱਜਾਂ ਨੇ ਵੀ ਇਸ ਧਾਰਾ ਦੇ ਉੱਤੇ ਇਤਰਾਜ਼ ਜਤਾਇਆ ਔਰ ਇਸ ਧਾਰਾ ਨੂੰ ਨਾਜਾਇਜ਼ ਔਰ ਗਲਤ ਦੱਸਿਆ ਜਿਸ ਤਰੀਕੇ ਦੇ ਨਾਲ ਇਸ ਦੀ ਵਰਤੋਂ ਸਮੇਂ ਦੀਆਂ ਸਰਕਾਰਾਂ ਵੱਲੋਂ ਕੀਤੀ ਜਾ ਰਹੀ ਹੈ। ਸਪੈਸ਼ਲ ਰਿਪੋਰਟ ਦੇ ਅਗਲੇ ਐਪੀਸੋਡ ਦੇ ਵਿੱਚ ਹਾਜ਼ਰ ਹੋਵਾਂਗੇ। ਤਦ ਤੱਕ ਲਈ ਤੁਸੀਂ ਵੇਖਦੇ ਰਹੋ ਪੰਜਾਬ ਸਟਾਰ TV। ਧੰਨਵਾਦ।